ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਿੱਖ ਰਹਿਤ ਮਰਿਆਦਾ ਜੋ ਕੰਸਟੀਟਿਊਸ਼ਨ ਆਫ ਸਿੱਖਸ ਸਿੱਖਿਆ ਦਾ ਵਿਧਾਨ, ਇਹਦੀ ਵਿਆਖਿਆ ਅਸੀਂ ਪਿਛਲੇ 2 ਹਫ਼ਤਿਆਂ ਤੋਂ ਸ਼ੁਰੂ ਕੀਤੀ ਹੈ। ਪਿਛਲੇ ਹਫ਼ਤੇ ਅਸੀਂ ਕੀਰਤਨ ਤੱਕ ਇਹਦੇ ਵਿਚਾਰ ਕਰ ਚੁੱਕੇ ਹਾਂ। ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ। ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਹਨ। ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ। ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕ ਹੀ ਦਾ ਧਾਰਨਾ ਬਣਾਈ ਜਾਵੇ। ਇਹਦੇ ਤੋਂ ਬਾਅਦ ਕੁਝ ਸਵਾਲ ਜਦੋਂ ਸਵਾਲ ਜਵਾਬ ਆਪਾਂ ਹੋਏ ਸਨ, ਉਹਦੇ ਵਿੱਚ ਕੁਝ ਸਵਾਲ ਆਏ ਸੀ। ਕੀਰਤਨ ਸਿੱਖ ਨੂੰ ਕਰਨ ਦਾ ਅਧਿਕਾਰੀ ਕਿਉਂ ਹੈ, ਕਿਸ ਤਰ੍ਹਾਂ ਹੈ। ਮੈਂ ਥੋੜਾ ਜਿਹਾ ਇਹਦੇ ਬਾਰੇ ਹੋਰ ਵਿਚਾਰ ਕਰਕੇ ਤੇ ਅੱਗੇ ਅਸੀਂ ਚੱਲਾਂਗੇ। ਸਿੱਖ ਰਹਿਤ ਮਰਿਆਦਾ ਦੀ ਸਖਸ਼ੀ ਰਹਿਣੀ ਦਾ ਚੌਥੇ ਅਧਿਆਏ ਦਾ ਦੂਸਰਾ ਖੰਡ ਕੀਰਤਨ ਹੈ। ਇਹਦੇ 4 ਪਦੇ ਹਨ ਟੋਟਲ, ਊੜਾ ਐੜਾ ਈੜੀ ਸੱਸਾ। ਪਹਿਲੇ ਪਦੇ ਵਿੱਚ ਸਿੱਖ ਨੂੰ ਹੀ ਕੀਰਤਨ ਕਰਨ ਦਾ ਅਧਿਕਾਰੀ ਮੰਨਿਆ ਗਿਆ ਹੈ। ਇੱਥੇ ਇੱਕ ਹੋਰ ਬੇਨਤੀ ਹੈ, ਭਾਵੇਂ ਆਪਣੇ ਲਈ ਕੋਈ ਵੀ ਗੁਰਬਾਣੀ ਪੜ੍ਹ ਸਕਦਾ, ਗਾ ਸਕਦਾ, ਕਰ ਸਕਦਾ, ਪਰ ਸੰਗਤ ਜਦੋਂ ਜੁੜੀ ਹੋਵੇ ਉਹ ਕੀਰਤਨ ਕਰਨ ਦਾ ਅਧਿਕਾਰੀ ਕੇਵਲ ਸਿੱਖ ਹੈ। ਕੀਰਤਨ ਅਕਾਲ ਪੁਰਖ ਵਾਹਿਗੁਰੂ ਜੀ ਦੀ ਰੱਬੀ ਸਿਫਤ ਸਲਾਹ ਹੈ। ਗੁਰੂ ਦੀ ਰੂਹਾਨੀ ਦਾਤ ਹੈ ਕੀਰਤਨ, ਜੋ ਕੀਰਤਨੀਆਂ ਰਾਹੀਂ ਸੰਗਤ ਨੂੰ ਮਿਲਣੀ। ਗੁਰੂ ਸਾਹਿਬਾਨ ਨੇ ਖੁਦ ਕੀਰਤਨ ਕੀਤਾ। ਕੀਰਤਨ ਗਵਈਆ ਨਹੀਂ ਹੈ। ਆਮ ਗਵਈਆ ਤੇ ਕੀਰਤਨੀਆਂ ਵਿੱਚ ਬਹੁਤ ਵੱਡਾ ਇੱਕ ਫਰਕ ਹੈ। ਕੀਰਤਨ ਨਾ ਹੀ ਕੇਵਲ ਮਨ ਪ੍ਰਚਾਵੇ ਦਾ ਕੋਈ ਸਾਧਨ ਹੈ। ਕੀਰਤਨ ਅੰਦਰ ਦੀ, ਮਨੁੱਖ ਦੇ ਅੰਦਰ ਦੀ ਭੁੱਖ ਨੂੰ ਮਿਟਾਉਣ ਦਾ ਇੱਕ ਸਾਧਨ ਹੈ। ਆਮ ਗਾਣਾ ਵਜਾਣਾ ਨਹੀਂ ਹੈ ਵੀ ਜਿਵੇਂ ਆਮ ਗਾਣੇ ਵਜਾਣੇ ਨੂੰ ਅਸੀਂ ਕਰ ਲਈਏ। ਇਹ ਤਾਂ ਰੱਬੀ ਇਬਾਦਤ ਹੈ, ਰੱਬੀ ਅਰਾਧਨਾ ਹੈ, ਜਿਸ ਨਾਲ ਸੁਰਤ ਨੂੰ ਉਸ ਵਾਹਿਗੁਰੂ ਦੇ ਨਾਲ ਜੋੜਿਆ ਜਾ ਸਕਦਾ ਹੈ। ਅਸਲ ਵਿੱਚ ਗੁਰੂ ਸਾਹਿਬ ਵੱਲੋਂ ਚਲਾਈ ਹੋਈ ਮਰਿਆਦਾ ਨੂੰ ਹੀ ਕੀਰਤਨੀਆਂ ਅੱਗੇ ਤੁਰਦਾ ਹੈ, ਜਾਂ ਗੁਰੂ ਦੇ ਸ਼ਬਦ ਨੂੰ ਹੀ, ਗੁਰੂ ਦੇ ਉਚਾਰਨ ਕੀਤੇ ਹੋਏ, ਗੁਰੂ ਦੇ ਮੁਖਾਰਬੰਦ ਚੋਂ ਉਚਾਰਨ ਕੀਤੇ ਹੋਏ ਸ਼ਬਦ ਨੂੰ ਹੀ ਕੀਰਤਨੀਆਂ ਨੇ ਗਾਇਨ ਕਰਕੇ ਸੰਗਤ ਤੱਕ ਪਹੁੰਚਾਉਣਾ ਹੁੰਦਾ। ਇੱਕ ਧਾਰਮਿਕ ਜ਼ਿੰਮੇਵਾਰੀ ਦਾ ਅਹੁਦਾ ਹੈ ਕੀਰਤਨ ਕਰਨਾ। ਇਸ ਜ਼ਿੰਮੇਵਾਰੀ ਕਰਕੇ ਹੀ ਇਸ ਰੁਤਬੇ ਦਾ ਅਧਿਕਾਰੀ ਕੇਵਲ ਤਾਂ ਕੇਵਲ ਸਿੱਖ ਜਿਹੜਾ ਹੈ ਉਹ ਮੰਨਿਆ ਗਿਆ ਹੈ। ਕਿਸੇ ਵੀ ਧਰਮ ਦੇ ਫਰਜ਼ ਪੂਰੇ ਕਰਨ ਦੀ ਜ਼ਿੰਮੇਵਾਰੀ ਉਸਦੇ ਧਾਰਮਿਕ ਆਗੂ ਨੂੰ ਹੀ ਦਿੱਤੀ ਜਾ ਸਕਦੀ ਹੈ। ਇਸੇ ਤਰ੍ਹਾਂ ਹੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਦੋਂ ਅਸੀਂ ਗੁਰਮਤਿ ਦੀ ਰਹਿਣੀ ਦਾ ਅੱਗੇ ਜਾ ਕੇ ਪੜ੍ਹਾਂਗੇ, ਜੋ ਅਸੀਂ ਪਹਿਲਾਂ ਪੜ੍ਹਿਆ ਹੈ, 10 ਪਾਤਸ਼ਾਹੀਆਂ ਗੁਰਦਾਸ ਗੁਰੂ ਸਾਹਿਬਾਨ ਦੀ ਬਾਣੀ ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕਰਕੇ ਮੰਨਣਾ। ਜੇਕਰ ਸੰਗਤ ਵਿੱਚ ਕੀਰਤਨ ਕਰਨ ਦਾ ਚਾਹਵਾਨ ਬਾਣੀ ਨੂੰ ਆਪਣਾ ਇਸ਼ਟ ਤੇ ਮੁਕਤੀ ਦਾ ਦਾਤਾ ਨਹੀਂ ਮੰਨਦਾ,
ਤਾਂ ਫਿਰ ਉਸ ਲਈ ਇਹ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਵਾਲੀ ਗੱਲ ਜਿਹੜੀ ਹੈ ਉਹੀ ਲਾਗੂ ਹੋਏਗੀ। ਭਾਵ ਨਾ ਉਹ ਇਸ਼ਟ ਮੰਨਦਾ ਹੈ ਬਾਣੀ ਨੂੰ, ਨਾ ਹੀ ਬਾਣੀ ਮੁਤਾਬਕ ਕੋਈ ਜੀਵਨ ਜਿਉਣਾ ਚਾਹੁੰਦਾ ਹੈ, ਨਾ ਹੀ ਗੁਰਬਾਣੀ ਦੀ ਸਿੱਖਿਆ ਤੇ ਚੱਲਣਾ ਚਾਹੁੰਦਾ ਹੈ, ਕੇਵਲ ਗਾਇਕੀ ਹੈ। ਇਸ ਕਰਕੇ ਇੱਥੇ ਇਹ ਕੀਰਤਨ ਕੇਵਲ ਕੀਰਤਨ ਹੀ ਨਹੀਂ, ਬਲਕਿ ਸਿੱਖ ਰਹਿਤ ਮਰਜ਼ਾਦਾ ਵਿੱਚ ਅੱਗੇ ਜਾ ਕੇ ਕਥਾ ਪਾਠ ਸਾਰਾ ਕਰਨ ਦਾ ਅਧਿਕਾਰ ਜਿਹੜਾ ਹੈ ਉਹ ਵੀ ਨਿਸ਼ਚਿਤ ਜਿਹੜਾ ਹੈ ਉਹ ਸਿੱਖ ਨੂੰ ਹੀ ਕੀਤਾ ਗਿਆ ਹੈ। ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵੇ ਥਾਏ ਪਵੇ, ਸੋ ਪਾਵੇ ਦਰਗਾਹ ਮਾਨ। ਜਿਹਨੂੰ ਪ੍ਰਤੀਤ ਤੇ ਵਿਸ਼ਵਾਸ ਤੇ ਭਰੋਸਾ ਹੀ ਨਹੀਂ ਹੈ, ਉਹ ਫਿਰ ਗਾਇਕੀ ਕਰੀ ਜਾਏ, ਜੋ ਮਰਜ਼ੀ ਕਰੀ ਚੱਲੇ, ਉਹਦਾ ਪਰਿਵਾਰ ਨਹੀਂ ਹੁੰਦਾ। ਕਦੀ ਕਿਸੇ ਹਿੰਦੂ ਨੂੰ ਕਿਸੇ ਮਸਜਿਦ ਵਿੱਚ ਮੌਲਵੀ ਦਾ ਫਰਜ਼ ਨਿਭਾਉਂਦੇ ਵੇਖਿਆ, ਜਾਂ ਕਿਸੇ ਮੌਲਵੀ ਨੂੰ ਮੰਦਿਰ ਵਿੱਚ ਜਾ ਕੇ ਪੂਜਾ ਅਰਚਾ ਕਰਦੇ ਵੇਖਿਆ? ਕਦੀ ਆਪਾਂ ਖਿਆਲ ਕਰੀਏ ਵੀ ਉਹਨਾਂ ਦੇ ਨਹੀਂ ਦੇਖਿਆ ਤਾਂ ਫਿਰ ਸਿੱਖੀ ਵਿੱਚ ਕਿਉਂ ਪਰੰਪਰਾ ਵਾੜ ਦਿੱਤੀ ਗਈ? ਆਪਣੇ ਕਰਮ ਧਰਮ ਕਰਨ ਦਾ ਅਧਿਕਾਰ ਸਿੱਖ ਨੂੰ ਹੈ, ਆਪਣੇ ਲਈ ਕੋਈ ਬਾਣੀ ਪੜ੍ਹੇ ਕੋਈ ਪਾਬੰਦੀ ਨਹੀਂ ਹੈ। ਲੇਕਿਨ ਜਦੋਂ ਪੰਥਕ ਮਸਲੇ ਆਉਂਦੇ ਹਨ, ਸੰਗਤ ਜੁੜਦੀ ਹੈ, ਤਾਂ ਸੰਗਤ ਕੇਵਲ ਕੀਰਤਨੀ ਨੇ ਆਪਣੇ ਲਈ ਕੀਰਤਨ ਨਹੀਂ ਕਰਨਾ ਹੁੰਦਾ। ਸੰਗਤ ਦੀ ਰੂਹਾਨੀ ਖੁਰਾਕ ਹੈ ਕੀਰਤਨ, ਜਿਹੜੇ ਕੀਰਤਨ ਰਾਹੀਂ ਉਹਨੂੰ ਪਹੁੰਚਣੀ ਹੈ। ਤੇ ਜਿਹੜਾ ਆਪ ਹੀ ਸਿੱਖ ਨਹੀਂ, ਉਹ ਦੂਜਿਆਂ ਨੂੰ ਸਿੱਖੀ ਦਾ ਉਪਦੇਸ਼ ਕੀ ਕਰ ਸਕਦਾ ਹੈ? ਇਸ ਵਾਸਤੇ ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ, ਜੇ ਸਤਿਗੁਰ ਕੀ ਆ ਗਿਆ ਸਤ ਸਤ ਕਰ ਮਾਨੀ ਦਾ ਵਿਧਾਨ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਪਹਿਲਾਂ ਹੀ ਦਿੱਤਾ ਹੋਇਆ। ਇੱਕ ਮੀਟਿੰਗ ਹੋਈ ਸੀ 9 ਮਾਰਚ 1940 ਨੂੰ ਸਿੱਖ ਮਿਸ਼ਨ ਕਾਲਜ ਅੰਮ੍ਰਿਤਸਰ ਜਿਹੜਾ ਹੈ ਉਹਦੇ ਵਿੱਚ ਧਾਰਮਿਕ ਸਲਾਹਕਾਰ ਕਮੇਟੀ ਦੀ, ਜਿਹਦੇ ਚ ਮਤਾ ਨੰਬਰ 7 ਰਾਹੀਂ ਇਹ ਗੱਲ ਪ੍ਰਵਾਨ ਕੀਤੀ ਗਈ ਸੀ ਕਿ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਏ ਵਿੱਚ ਸਿੱਖ ਰਹਿਤ ਮਰਜ਼ਾਦਾ ਵਿੱਚ ਦੱਸੇ ਅਨੁਸਾਰ ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ, ਕਿਉਂਕਿ ਸਿੱਖ ਧਰਮ ਵਿੱਚ ਵਾਹਿਗੁਰੂ ਦੀ ਸਿਫਤ ਸਲਾਹ ਤੇ ਪੂਜਾ ਕਰਨ ਦਾ ਭਾਵ ਬੰਦਗੀ ਕਰਨ ਦਾ ਵਿਧਾਨ ਹੈ। ਕੀਰਤਨ ਕਰਨ ਵਾਲਾ ਸੰਗਤ ਨੂੰ ਵਾਹਿਗੁਰੂ ਦੀ ਸਿਫਤ ਸਲਾਹ ਹੀ ਕਰਾ ਰਿਹਾ ਹੁੰਦਾ ਹੈ, ਇਸ ਲਈ ਅਧਿਕਾਰ ਕੇਵਲ ਸਿੱਖ ਨੂੰ ਹੀ ਦਿੱਤਾ ਜਾ ਸਕਦਾ ਹੈ। ਇਹ ਮਤਾ ਨੰਬਰ 7 ਪੰਥਕ ਮਤੇ ਪੰਨਾ 19 ਦੇ ਉੱਤੇ ਇਹ ਜਿਹੜਾ ਧਾਰਮਿਕ ਸਲਾਹਕਾਰ ਕਮੇਟੀ 1940 ਦੀ ਮੀਟਿੰਗ ਵਿੱਚ ਇਹ ਹੋਈ। ਇਸੇ ਤਰ੍ਹਾਂ ਕੁਝ ਲੋਕ ਜਿਹੜੇ ਹਨ ਗੁਰੂ ਗ੍ਰੰਥ ਸਾਹਿਬ ਦੀ ਗੁਰਾਈ ਤੋਂ ਹੀ ਮੁੱਕਰ ਜਾਂਦੇ ਹਨ, ਉਹ ਦੇਹਧਾਰੀ ਨੂੰ ਗੁਰੂ ਮੰਨਦੇ ਹਨ। ਇਹਦੇ ਬਾਰੇ ਪੰਥਕ ਨਿਰਣਾ ਹੋਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਮਤਾ ਨੰਬਰ 13 ਰਾਹੀਂ 12 ਅਕਤੂਬਰ 2000 ਨੂੰ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ। ਨਾਮਧਾਰੀਆਂ ਵੱਲੋਂ ਗੁਰਸਥਾਨਾਂ ਵਿੱਚ ਗੁਰੂ ਹਜ਼ੂਰੀ ਵਿੱਚ ਕੀਰਤਨ ਕਰਨ ਬਾਰੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਨਿਰਣਾ ਲਿਆ ਜਾਂਦਾ ਹੈ ਕਿ ਜੋ ਵੀ ਵਿਅਕਤੀ 10 ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਨਹੀਂ ਮੰਨਦਾ, ਉਹ ਕਿਸੇ ਹੋਰ ਦੇਹਧਾਰੀ ਨੂੰ ਗੁਰੂ ਤੇ ਦੇਵੀ ਦੇਵਤੇ ਤੇ ਵਿਸ਼ਵਾਸ ਕਰਦਾ ਹੈ, ਉਹ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਕਰਨ ਦਾ ਅਧਿਕਾਰੀ ਨਹੀਂ ਹੈ। ਸਪਸ਼ਟ ਜਿਹੜੀ ਰਾਏ ਹੈ ਉਹਦੇ ਜਿਹੜੀ ਹੈ ਇਹ ਦਿੱਤੀ ਗਈ ਹੈ। ਇਹ ਫਿਰ ਮੈਂ ਇੱਕ ਵਾਰੀ ਬੇਨਤੀ ਕਰਦਾ ਕਿ ਗੁਰਬਾਣੀ ਕੋਈ ਗਜ਼ਲ, ਕੋਈ ਕਵਿਤਾ ਜਾਂ ਕਵਿਸ਼ਰੀ ਨਹੀਂ ਹੈ, ਇਹ ਧੁਰ ਕੀ ਬਾਣੀ ਹੈ। ਇਹ ਅਕਾਲ ਪੁਰਖ ਤੋਂ ਆਇਆ ਹੋਇਆ ਸੰਦੇਸ਼ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਖੁਦ ਬਾਣੀ ਦੀ ਅਰੰਭਤਾ ਵਿੱਚ ਸੰਬੰਧਿਤ ਰਾਗਾਂ ਦਾ ਵਰਣਨ ਕੀਤਾ ਹੈ, ਉਹ ਆਪ ਉਲੇਖ ਕੀਤਾ ਹੈ। ਰਾਗ ਤਾਂ ਇੱਕ ਕੋਮਲ ਕਲਾ ਹੈ, ਜਿਹਦੇ ਬਾਰੇ ਮੈਨੂੰ ਭਾਵੇਂ ਬਹੁਤੀ ਜਾਣਕਾਰੀ ਨਹੀਂ, ਪਰ ਇੱਕ ਰਾਗ ਇੱਕ ਕੋਮਲ ਕਲਾ ਹੈ। ਗੁਰੂ ਸਾਹਿਬ ਜੀ ਨੇ ਇਸ ਨੂੰ ਅੰਮ੍ਰਿਤਤਾ ਪ੍ਰਦਾਨ ਕੀਤੀ ਹੈ। ਹਜ਼ੂਰ ਨੇ ਖੁਦ ਬਾਣੀ ਨੂੰ ਰਾਗਾਂ ਵਿੱਚ ਗਾਇਨ ਕੀਤਾ। ਰਵਾਬੀਆਂ ਨੂੰ, ਕੀਰਤਨੀਆਂ ਨੂੰ ਵੀ ਇਸੇ ਤਰ੍ਹਾਂ ਕਰਨ ਦੀ ਬਖਸ਼ਿਸ਼ ਕੀਤੀ ਸੀ ਗੁਰੂ ਸਾਹਿਬ ਜੀ ਨੇ। ਤਾਂ ਉਸ ਸਰੰਦਾ, ਸਾਜ, ਰਵਾਬ ਜਦੋਂ ਗੁਰੂ ਭਾਈ ਮਰਦਾਨਾ ਜੀ ਨਾਲ ਪਹਿਲਾ ਮੇਲ ਹੁੰਦਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਤਾਂ ਕਮਾਲ ਦੀ ਗੱਲ ਲਫ਼ਜ਼ ਬੋਲੇ ਜਾਂਦੇ ਨੇ। ਉਸ ਵੇਲੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜਦੋਂ ਪਹਿਲਾਂ ਵੀ ਤੇਰਾ ਨਾਮ ਕੀ ਹੈ? ਜੀ ਮੇਰਾ ਨਾਮ ਦਾਨਾ ਹੈ। ਤੇ ਗੁਰੂ ਸਾਹਿਬ ਅੱਗੋਂ ਕਹਿੰਦੇ ਵੀ ਤੂੰ ਰਵਾਬ ਤਾਂ ਭਲੀ ਵਜਾਇੰਦਾ ਹੈ, ਤੈਨੂੰ ਰਾਗਾਂ ਦੀ ਭਲੀ ਸੋਝੀ ਹੈ,
ਪਰ ਜੇ ਤੂੰ ਸਾਡੀ ਸੰਗਤ ਵਿੱਚ ਰਹਿ ਕੇ ਇਸ ਰਾਗ ਨਾਲ ਰਾਗ ਵਿੱਚ ਸ਼ਬਦ ਪਾ ਕੇ ਗਾਵੇਂ ਤਾਂ ਤੇਰਾ ਵੀ ਉਧਾਰ ਹੋ ਜਾਏ ਤੇ ਸ਼ਬਦ ਸੁਣਨ ਵਾਲੇ ਦਾ ਉਧਾਰ ਵੀ ਹੋ ਜਾਏ। ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਗੋਂ ਗੱਲ ਕੀਤੀ ਭਾਈ ਮਰਦਾਨਾ ਜੀ ਨਾਲ। ਤਾਂ ਭਾਈ ਮਰਦਾਨਾ ਜੀ ਦਾ ਅੱਗੋਂ ਜਵਾਬ ਸੀ, ਬਾਬਾ ਰਾਗ ਖਾ ਕੇ ਪੈਸਾ ਮਿਲਦਾ ਹੈ, ਸ਼ਬਦ ਗਾ ਕੇ ਕੀ ਮਿਲੇਗਾ? ਤਾਂ ਅੱਗੋਂ ਜਵਾਬ ਸੀ, ਦਾਨਿਆ ਰਾਗ ਗਾ ਕੇ ਤਾਂ ਕੇਵਲ ਪੈਸਾ ਹੀ ਮਿਲਦਾ ਹੈ, ਪਰ ਸ਼ਬਦ ਗਾ ਕੇ ਉਹ ਕੁਝ ਮਿਲੇਗਾ ਜੋ ਅੱਜ ਤੱਕ ਕਿਸੇ ਨੂੰ ਵੀ ਨਹੀਂ ਮਿਲਿਆ। ਔਰ ਵਾਕਿਆ ਹੀ ਗੁਰੂ ਭਾਈ ਮਰਦਾਨਾ ਜੀ ਨੂੰ ਉਹ ਕੁਝ ਮਿਲਿਆ ਗੁਰੂ ਨਾਨਕ ਪਾਤਸ਼ਾਹ ਪਾਸੋਂ। ਤੇ ਉਹ ਭਾਈ ਮਰਦਾਨਾ ਇਹ ਗੱਲ ਕਹਿ ਦਿੱਤਾ, ਬਾਬਾ ਤੇਰਾ ਤੇ ਮੇਰਾ ਕੋਈ ਬਹੁਤਾ ਭੇਦ ਨਹੀਂ। ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਉਹ ਕਿਵੇਂ? ਕਹਿੰਦੇ, ਬਾਬਾ ਤੂੰ ਰੱਬ ਦਾ ਡੂਮ ਤੇ ਮੈਂ ਤੇਰਾ ਡੂਮ। ਤੂੰ ਅਕਾਲ ਪੁਰਖ ਪਰਬਾਰ ਬ੍ਰਹਮ ਪਰਮੇਸ਼ਰ ਨੂੰ ਪਾਇਆ ਹੈ, ਮੈਂ ਤੇ ਗੁਰ ਪਰਮੇਸ਼ਰ ਨੂੰ ਨਾਨਕ ਨੂੰ ਪਾਇਆ ਹੈ। ਦੱਸ ਤੇਰਾ ਤੇ ਮੇਰਾ ਭੇਦ ਕਾਹਦਾ ਹੋਇਆ? ਅਸਲ ਵਿੱਚ ਕੀਰਤਨੀਆਂ ਕੇਵਲ ਭਾਈ ਮਰਦਾਨਾ ਕੀਰਤਨ ਰਵਾ ਵੀ ਨਹੀਂ ਸੀ ਵਜਾਉਂਦਾ। ਜਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਗਾਉਂਦੇ ਸੀ, ਭਾਈ ਮਰਦਾਨਾ ਫਿਰ ਸਵਾਲ ਕਰਦਾ, ਬਾਬਾ ਕਹਿ ਗਾਵੇ ਆਈ? ਜਨੂੰ ਸਾਖੀ ਵਾਲਾ ਲਿਖਦਾ ਹੈ, ਪੁੱਛਦਾ ਸੀ ਭਾਈ ਮਰਦਾਨਾ, ਬਾਬਾ ਕਹਿ ਗਾਵੇ ਆਈ, ਇਹ ਗੱਲ ਮੈਨੂੰ ਸਮਝਾ। ਤੇ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰਬੰਦ ਤੋਂ ਉਚਾਰਨ ਕੀਤਾ ਹਰ ਸ਼ਬਦ ਭਾਈ ਮਰਦਾਨੇ ਨੇ ਰਵਾਬ ਦੀ ਤੰਦਾਂ ਵਿੱਚ ਪਾ ਕੇ ਗਾਇਆ। ਕੇਵਲ ਗਾਇਆ ਹੀ ਨਹੀਂ, ਉਹਨੂੰ ਸੁਣਿਆ ਹੀ ਨਹੀਂ, ਉਹਨੂੰ ਵਿਚਾਰਿਆ। ਇਕੱਲਾ ਵਿਚਾਰਿਆ ਨਹੀਂ, ਆਪਣੀ ਜ਼ਿੰਦਗੀ ਦਾ ਹਿੱਸਾ ਵੀ ਬਣਾਇਆ। ਇਹ ਕੀਰਤਨੀਆਂ ਦੀ ਇੰਨੀ ਮਹਾਨਤਾ ਹੈ। ਇਸ ਵਾਸਤੇ ਇਹ ਮੱਧ ਜਿਹੜੀ ਹੈ ਇਹ ਪਾਈ ਗਈ ਹੈ ਕਿ ਇਹ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ। ਜੇ ਅਸੀਂ ਮੱਕੇ ਮਦੀਨੇ ਦੀ ਗੋਸ਼ਟ ਪੜ੍ਹਦੇ ਹਾਂ, ਉਹਦੇ 'ਚ ਵੀ ਜ਼ਿਕਰ ਆਉਂਦਾ ਹੈ। ਇਸ ਗੱਲ ਦੇ ਉੱਤੇ ਅਸੀਂ ਹੁਣ ਹੋਰ ਵਿਆਖਿਆ ਨਾ ਕਰਦੇ ਹੋਏ ਅੱਗੇ ਨੂੰ ਤੁਰਦੇ ਹਾਂ ਵੀ ਕੀਰਤਨ ਸੰਗਤ ਵਿੱਚ ਕੀਰਤਨ ਕੇਵਲ ਸਿੱਖ ਕਰਨ ਦਾ ਅਧਿਕਾਰੀ ਕਿਉਂ ਹੈ। ਪਿਛਲੀ ਵਾਰੀ ਕੋਈ ਸਵਾਲ ਆਏ ਸੀ ਜਿਹਦੇ ਬਾਰੇ ਸਮਾਂ ਘੱਟ ਹੋਣ ਕਰਕੇ ਅਸੀਂ ਵਿਆਖਿਆ ਪੂਰੀ ਨਹੀਂ ਸੀ ਕਰ ਸਕੇ। ਇਸ ਕਰਕੇ ਉਹ ਵਿਆਖਿਆ ਅੱਜ ਪੂਰੀ ਕੀਤੀ ਹੈ। ਬਸ ਇੱਕੋ ਗੱਲ ਫਿਰ ਦੁਹਰਾ ਦਿਆਂ ਕਿ ਕੀਰਤਨ ਰੱਬੀ ਦਾਤ ਹੈ, ਰਾਗਾਂ ਵਿੱਚ ਗਾਇਨ ਕਰਨ ਦਾ ਵਿਧਾਨ ਹੈ। ਸ਼ਬਦ ਦਾ ਆਰਕੈਸਟਰਾ, ਫਿਲਮੀ ਜਾਂ ਹੋਰ ਧੁਨਾਂ ਤੇ ਗਾਇਨ ਕਰਨਾ ਕੀਰਤਨ ਦੀ ਨਰਾਦਰੀ ਹੈ। ਇਹ ਗੁਰੂ ਦੀ ਨਿੰਦਾ ਹੈ। ਦੂਜੇ ਲਫ਼ਜ਼ਾਂ 'ਚ ਮੈਂ ਲਫ਼ਜ਼ ਵਰਤਦਾ, ਗੁਰੂ ਨਿੰਦਾ ਹੈ। ਇਸ ਬਾਰੇ ਸਾਨੂੰ ਸੁਚੇਤ ਹੋਣ ਦੀ ਅੱਜ ਲੋੜ ਹੈ। ਇਸ ਕਰਕੇ ਇਹਦੀ ਮਰਿਆਦਾ ਕੇਵਲ ਸਿੱਖ ਨੂੰ ਕਰਨ ਦੀ ਮਰਿਆਦਾ ਹੀ ਬੰਨੀ ਗਈ ਹੈ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਜਿਹੜੀ ਸਮਝਾਈ ਹੈ। ਅੱਗੇ ਗੁਰਬਾਣੀ ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰ ਕਰਨ ਨੂੰ ਕਹਿੰਦੇ ਹਨ। ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਜਾਂ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ। ਫਿਰ ਸ਼ਬਦ ਨੂੰ ਜੋਟੀਆਂ ਦੀਆਂ ਧਾਰਨਾ ਜਾਂ ਰਾਗ ਨਾਲ ਪੜ੍ਹਦੀਆਂ ਬਾਹਰ ਦੀਆਂ ਮਨ ਘੜਤ ਤੁਕਾਂ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣੀ ਅਯੋਗ ਹੈ। ਸ਼ਬਦ ਦੀ ਤੁਕ ਹੀ ਧਾਰਨਾ ਬਣਾਈ ਜਾਵੇ। ਇਹਦੇ ਸੰਬੰਧ ਵਿੱਚ ਵੀ ਬਹੁਤ ਸਾਰੇ ਮਤੇ ਜਿਹੜੇ ਹਨ ਉਹ ਹੋਏ ਹਨ। ਇਹ ਵੀ ਮੈਂ ਆਪ ਜੀ ਦੇ ਨਾਲ ਗੱਲ ਸਪਸ਼ਟ ਕਰਦਿਆਂ ਕਿ ਇੱਕ ਇਹ ਮੁੱਦਾ ਜੋ ਅੱਜ ਤੋਂ ਲਗਭਗ ਇਹ 80 ਸਾਲ ਪਹਿਲਾਂ ਦੀ ਗੱਲ ਕਰੇ 1943 ਦੇ ਵਿੱਚ ਵੀ ਵਿਚਾਰਿਆ ਗਿਆ ਸੀ। ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਤੇ ਧਾਰਮਿਕ ਸਲਾਹਕਾਰ ਕਮੇਟੀ ਦੇ ਫੈਸਲੇ ਦੀ ਪ੍ਰੋੜਤਾ ਕਰਦਿਆਂ ਧਾਰਮਿਕ ਸਲਾਹਕਾਰ ਕਮੇਟੀ ਨੇ 2 ਨਵੰਬਰ 1943 ਨੂੰ ਮਤਾ ਨੰਬਰ 6 ਰਾਹੀਂ ਇੱਕ ਪ੍ਰਵਾਨਗੀ ਦਿੱਤੀ। ਉਹ ਇਹ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਜਨਰਲ ਕਮੇਟੀ ਦੇ ਮਤਾ ਨੰਬਰ 22 ਮਿਤੀ 6/11/1942 ਅਨੁਸਾਰ ਤੇ ਧਾਰਮਿਕ ਸਲਾਹਕਾਰ ਕਮੇਟੀ ਦੀ ਇਕੱਤਰਤਾ 2/11/1943 ਦੇ ਮਤਾ ਨੰਬਰ 6 ਜਿਨ੍ਹਾਂ ਅਨੁਸਾਰ ਕਿ ਧਾਰਮਿਕ ਸਲਾਹਕਾਰ ਕਮੇਟੀ ਸਰਦਾਰ ਕਪੂਰ ਸਿੰਘ ਦੀ ਇਸ ਰਾਏ ਨਾਲ ਸਹਿਮਤ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਮਨ ਘੜਤ ਤੁਕਾਂ ਤੇ ਬਾਹਰਲੀਆਂ ਧਾਰਨਾ ਨਹੀਂ ਲਾਣੀਆਂ ਚਾਹੀਦੀਆਂ। ਮਤਾ ਪੇਸ਼ ਹੋਣ ਤੇ ਸਰਬਸੰਮਤੀ ਨਾਲ ਇਹਦੀ ਪ੍ਰਵਾਨਗੀ ਜਿਹੜੀ ਹੈ ਉਹ ਕੀਤੀ ਗਈ। 1998 ਵਿੱਚ ਇੱਕ ਐਸਾ ਦੌਰ 1998 ਦੇ ਵਿੱਚ ਇੱਕ ਐਸਾ ਦੌਰ ਫਿਰ ਆਇਆ ਕਿ ਨਾਮਵਰ ਰਾਗੀ ਵੀ ਮਰਿਆਦਾ ਦੀ ਉਲੰਘਣਾ ਕਰਦੇ ਹੋਏ ਕੱਚੀ ਬਾਣੀ ਮਨ ਘੜਤ ਧਾਰਨਾ ਆਪਣੇ ਬਣਾਏ ਹੋਏ ਗੀਤ ਹੋਰ ਤਾਂ ਹੋਰ ਦਰਬਾਰ ਸਾਹਿਬ ਦੇ ਅੰਦਰ ਵੀ ਫਿਲਮੀ ਧੁਨਾਂ ਦੇ ਕੀਰਤਨ ਦਾ ਗਾਇਨ ਕਰਨ ਲੱਗ ਪਏ ਸੀ।
मैं दूजे लफ्जां 'ਚ ਕੱਢਦੇ ਹਾਂ, ਪੜ੍ਹਿਆ ਹੋਵੇ ਗੁਨਾਹਗਾਰ ਕੌਮੀ ਸਾਧਨਾ ਮਾਰ ਗਏ। ਜਿਹੜੀ ਗੱਲ ਹੈ ਵੀ ਇਹ ਜੇ ਗੁਨਾਹਗਾਰ ਨੇ ਤਾਂ ਸੰਗਤ ਨੂੰ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਪੁੱਜਣ ਤੋਂ ਬਾਅਦ ਇਹਨਾਂ ਨੂੰ ਰਾਗੀਆਂ ਨੂੰ ਜਥੇਦਾਰ ਉਸ ਵੇਲੇ ਭਾਈ ਰਣਜੀਤ ਸਿੰਘ ਜੀ ਹੁੰਦੇ ਸੀ, ਉਹਨਾਂ ਨੇ ਤਲਬ ਕੀਤਾ। ਉਹਨਾਂ ਰਾਗੀਆਂ ਨੇ 27 ਅਗਸਤ 27 ਅਗਸਤ 1998 ਨੂੰ ਲਿਖਤੀ ਤੌਰ ਤੇ ਇੱਕ ਪ੍ਰਣ ਪੱਤਰ ਦਿੱਤਾ ਕਿ ਅੱਗੇ ਤੋਂ ਗੁਰਬਾਣੀ ਜਾਂ ਕੀਰਤਨ ਮਰਿਆਦਾ ਅਨੁਸਾਰ ਹੀ ਕਰਨਗੇ। ਜੋ ਲਿਖਤੀ ਪ੍ਰਣ ਪੱਤਰ ਅਕਾਲ ਤਖਤ ਸਾਹਿਬ ਨੂੰ ਦਿੱਤਾ ਉਹ ਹੁਕਮਨਾਮੇ ਦੇ ਰੂਪ ਵਿੱਚ ਮੌਜੂਦ ਹੈ। ਡਾਕਟਰ ਰੂਪ ਸਿੰਘ ਜੀ ਜੋ ਸ਼੍ਰੋਮਣੀ ਕਮੇਟੀ ਦੇ ਸਕੱਤਰ ਵੀ ਰਹੇ, ਜਿਨ੍ਹਾਂ ਕਾਫੀ ਦੇਰ ਸੇਵਾ ਵੀ ਕੀਤੀ, ਉਸ ਤੋਂ ਬਾਅਦ ਡਾਇਰੈਕਟਰ ਵੀ ਰਹੇ, ਉਹਨਾਂ ਦੀ ਜਿਹੜੀ ਇੱਕ ਪੁਸਤਕ ਹੈ ਆਦੇਸ਼ ਸੰਦੇਸ਼ ਅਤੇ ਹੁਕਮਨਾਮੇ, ਉਹਦੇ ਪੰਨਾ ਨੰਬਰ 162 ਦੇ ਉੱਤੇ ਇਹ ਗੱਲ ਬੜੀ ਦਰਜ ਕੀਤੀ ਗਈ ਹੈ। ਇਹ ਸਾਰੀ ਵਿਆਖਿਆ ਦਰਜ ਕੀਤੀ ਗਈ ਹੈ। ਮੈਂ ਉਹ ਆਪ ਜੀ ਨਾਲ ਜ਼ਰੂਰ ਸਾਂਝੀ ਕਰਾਂਗਾ। 27 ਅਗਸਤ 1998 ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ। ਅਸੀਂ ਪਾਵਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਪ੍ਰਣ ਕਰਦੇ ਹਾਂ ਕਿ ਅਸੀਂ ਪੂਰਨ ਤੌਰ ਤੇ ਅੰਮ੍ਰਿਤਧਾਰੀ ਤੇ ਬਾਣੀ ਬਾਣੇ ਚ ਪ੍ਰਪੱਕ ਹੋਵਾਂਗੇ। ਅਸੀਂ ਗੁਰਮਤਿ ਅਨੁਸਾਰ ਕੀਰਤਨ ਕਰਦੇ ਹਾਂ, ਕੱਚੀ ਬਾਣੀ ਅਤੇ ਫਿਲਮੀ ਟਿਊਨਾਂ ਵਿੱਚ ਕੀਰਤਨ ਨਹੀਂ ਕਰਾਂਗੇ। ਬਾਣੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਾਂਗੇ। ਨੰਬਰ 3, ਸ਼ਬਦ ਦੀ ਵਿਆਖਿਆ ਕੀਰਤਨ ਕਰਦੇ ਸਮੇਂ ਸ਼ਬਦ ਤੋਂ ਬਾਹਰ ਜਾ ਕੇ ਨਹੀਂ ਕਰਾਂਗੇ। ਨੰਬਰ 4, ਕੀਰਤਨ ਕਰਦੇ ਸਮੇਂ ਪ੍ਰਮਾਣ ਗੁਰ ਇਤਿਹਾਸ ਸਿੱਖ ਇਤਿਹਾਸ ਵਿੱਚੋਂ ਹੀ ਦਿੱਤੇ ਜਾਣਗੇ। ਇਹ 4 ਪ੍ਰਣ ਪੱਤਰ ਉਹਨਾਂ ਨੇ ਭਰ ਕੇ ਦਿੱਤੇ ਸੀ। ਪਰ ਦੁੱਖ ਦੀ ਤਕਲੀਫ ਇਸ ਗੱਲ ਦੀ ਹੈ ਅੱਜ ਫਿਰ ਇਸ ਮੱਧ ਦੀ ਉਲੰਘਣਾ ਦੁਬਾਰਾ ਸ਼ਰੇਆਮ ਹੋ ਰਹੀ ਹੈ। ਇਹ ਦਲੀਲ ਨਹੀਂ ਦੇਣੀ ਚਾਹੀਦੀ ਕਿ ਪਹਿਲਾਂ ਵੀ ਹੁੰਦਾ ਰਿਹਾ ਜਾਂ ਪਹਿਲਾਂ ਫਲਾਣਾ ਕਰਦਾ ਰਿਹਾ ਜਾਂ ਫਲਾਣੇ ਕਰਦੇ ਰਹੇ ਜਾਂ ਨਹੀਂ ਕਰਦੇ ਰਹੇ। ਉਸ ਵੇਲੇ ਕੀਰਤਨ ਦੂਜੇ ਸਕੂਲ ਦੇ ਕਰਦੇ ਸੀ, ਨਹੀਂ ਸੀ ਕਰਦੇ। ਇਹ ਦਲੀਲਾਂ ਨਹੀਂ ਚੱਲਦੀਆਂ, ਨਾ ਹੀ ਇਹ ਦਲੀਲਾਂ ਨਾਲ ਗੱਲ ਚੱਲਦਾ ਹੈ। ਇਸ ਦੇ ਪੰਥਕ ਫੈਸਲੇ ਹਨ। ਇਹਦਾ ਹੱਲ ਹੈ ਕਿ ਸ਼ਬਦ ਕੀਰਤਨ ਕਰਨ ਵਾਲੇ ਜਥੇ ਗੁਰੂ ਕੀ ਬਾਣੀ ਕੰਠ ਕਰਨ ਤੇ ਸੰਗਤ ਵਿੱਚ ਉਸਦਾ ਹੀ ਪ੍ਰਚਾਰ ਕਰਨ। ਬਸ ਇਹ ਖਿਆਲ ਕਰਨ ਦੀ ਸਾਨੂੰ ਲੋੜ ਹੈ, ਨਾ ਕਿ ਸਾਨੂੰ ਪਿਛਲੀਆਂ ਜਿਹੜੀਆਂ ਗੱਲਾਂ ਹਨ ਉਹ ਲੈ ਕੇ ਵੀ ਅੱਗੇ ਇਸ ਤਰ੍ਹਾਂ ਹੁੰਦਾ ਸੀ, ਇਸ ਤਰ੍ਹਾਂ ਹੁੰਦਾ ਸੀ, ਉਹਨਾਂ ਨਾਲ ਗੱਡੀ ਨਹੀਂ ਚੱਲਦੀ। ਪੰਥਕ ਫੈਸਲੇ ਜਿਹੜੇ ਹਨ ਉਹਨਾਂ ਅਨੁਸਾਰ ਹੀ ਸਾਨੂੰ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ। ਅਗਲਾ ਹੈ ਹੁਕਮ ਲੈਣਾ। ਇਹਦੀ ਊੜਾ ਮੱਧ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ, ਗੁਰੂ ਰੂਪ ਸੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਤੇ ਆਵਾਜ਼ਾਂ ਲੈਣਾ ਜਾਂ ਸੁਣਨਾ ਸਤਿਗੁਰ ਦੇ ਦਰਸ਼ਨ ਹਨ। ਵਾਕ ਲੈਣ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਚੁੱਕ ਕੇ ਦਰਸ਼ਨ ਕਰਨਾ ਜਾਂ ਕਰਵਾਉਣਾ ਮਨਮਤ ਹੈ। ਇਹਦੇ ਵਿੱਚ ਹੁਣ ਕਿੰਨੀਆਂ ਮੱਦਾਂ ਸਾਡੇ ਸਾਹਮਣੇ ਆਉਂਦੀਆਂ ਹਨ। ਇਹ ਚੌਥੇ ਅਧਿਆਏ ਵਿੱਚ ਗੁਰਦੁਆਰੇ ਤੇ ਕੀਰਤਨ ਤੋਂ ਬਾਅਦ ਇਹ ਤੀਸਰਾ ਉਹਦਾ ਹੈਡਿੰਗ ਹੈ ਹੁਕਮ ਲੈਣਾ। ਇਹਦੇ 6 ਕੁੱਲ ਪਦੇ ਹਨ। ਅੱਗੇ ਊੜਾ ਐੜਾ ਈੜੀ ਸੱਸਾ ਹਾ ਕੱਕਾ 6 ਪਦੇ ਜਿਹੜੇ ਹਨ ਇਹਦੇ ਵਿੱਚ ਹਨ। ਇਹਦੇ ਚ ਪਹਿਲੇ ਪਦੇ ਚ ਸਤਿਗੁਰ ਦੇ ਦਰਸ਼ਨ ਕੀ ਹਨ ਇਹਦੀ ਵਿਆਖਿਆ ਕੀਤੀ ਗਈ ਹੈ। ਸਤਿਗੁਰ ਦੇ ਦਰਸ਼ਨ 3 ਕਰਮ ਕਰਨ ਨਾਲ ਹੁੰਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪਹਿਲਾਂ ਮੱਥਾ ਟੇਕਣਾ, ਫਿਰ ਗੁਰੂ ਰੂਪ ਸੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲੈਣਾ ਜਾਂ ਸੁਣਨਾ, ਜਿਹਨੂੰ ਆਵਾਜ਼ਾਂ ਲੈਣਾ ਜਿਹੜਾ ਲਿਖਿਆ, ਜਿਹਨੂੰ ਅਸੀਂ ਹੁਕਮ ਲੈਣਾ ਵੀ ਕਹਿੰਦੇ। ਇੱਥੇ ਮੈਂ ਹੋਰ ਵੀ ਇੱਕ ਬੇਨਤੀ ਕਰਦੇ ਹਾਂ ਵੀ ਆਮ ਤੌਰ ਤੇ ਅਸੀਂ ਲਫ਼ਜ਼ ਹੁਕਮਨਾਮਾ ਵਰਤਦੇ ਹਾਂ। ਮੇਰੀ ਆਪਣੀ ਸੋਚ ਮੁਤਾਬਕ ਇਹ ਲਫ਼ਜ਼ ਹੁਕਮ ਲੈਣਾ ਹੀ ਹੋਣਾ ਚਾਹੀਦਾ ਹੈ। ਹੁਕਮਨਾਮੇ ਲਿਖਤੀ ਤੌਰ ਤੇ ਜਾਰੀ ਹੁੰਦੇ ਸਨ, ਜਿਹੜੇ ਅੱਜ ਵੀ ਅਕਾਲ ਤਖਤ ਤੋਂ ਜਾਰੀ ਕਰਨ ਦੀ ਰਵਾਇਤ ਹੈ। ਜਾਂ ਗੁਰੂ ਸਾਹਿਬ ਜੀ ਜਦੋਂ ਸੰਗਤ ਦੇ ਨਾਂ ਤੇ ਲਿਖਤੀ ਤੌਰ ਤੇ ਭੇਜਦੇ ਸੀ ਉਹਨਾਂ ਨੂੰ ਹੁਕਮਨਾਮੇ ਕਿਹਾ ਜਾਂਦਾ ਸੀ। ਗੁਰੂ ਹੁਕਮ ਕਰਦਾ ਹੈ, ਹੁਕਮਨਾਮਾ ਲਿਖਤੀ ਤੌਰ ਤੇ ਭੇਜਦਾ ਹੈ। ਇਹ ਜੋ ਸਾਡੇ ਕੋਲ ਅਸੀਂ ਇਸੇ ਕਰਕੇ ਸਿੱਖ ਰਹਿਤ ਮਹਿਰਾ ਦੇ ਵਿੱਚ ਇਹਦਾ ਸਿਰਲੇਖ ਵੀ ਹੁਕਮ ਲੈਣਾ ਹੀ ਲਿਖਿਆ ਹੋਇਆ ਹੈ। ਤਾਂ ਬੜੀ ਸਪਸ਼ਟ ਜਿਹੜੀ ਗੱਲ ਜੋ ਸਮਝ ਆਉਂਦੀ ਹੈ ਵੀ ਸਤਿਗੁਰ ਦੇ ਦਰਸ਼ਨ ਦੀ ਗੱਲ ਕੀਤੀ ਗਈ ਹੈ। ਤਾਂ ਇੱਥੇ ਲਿਖਿਆ ਹੋਇਆ ਹੈ ਇਸ ਦੇ ਉਲਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੇਵਲ ਰੁਮਾਲਾ ਚੁੱਕ ਕੇ ਦਰਸ਼ਨ ਕਰਨਾ ਜਾਂ ਕਰਵਾਉਣਾ ਮਨਮਤ ਹੈ। ਇਹ ਮੱਧ ਪਹਿਲੀ ਹੈ, ਊੜਾ ਜਿਹੜੀ ਮੱਧ ਹੈ। ਆਮ ਤੌਰ ਤੇ ਠਾਕੁਰ ਦੁਆਰਿਆਂ ਵਿੱਚ ਮੰਦਰਾਂ ਵਿੱਚ ਜਾ ਕੇ ਮੂਰਤੀ ਦੇ ਦਰਸ਼ਨ ਕਰਨ ਮਾਤਰ ਨੂੰ ਹੀ ਨਿਯਮ ਬਣਾਇਆ ਗਿਆ ਸੀ। ਅੱਜ ਵੀ ਨਿਯਮ ਹੈ ਮੂਰਤੀਆਂ ਦੇ ਦਰਸ਼ਨ ਕਰਨੇ। ਇਸ ਲਈ ਇਸ ਨੂੰ ਬੁੱਤ ਪ੍ਰਸਤੀ ਵੀ ਜਾਂ ਮੂਰਤੀ ਪੂਜਾ ਵੀ ਕਿਹਾ ਜਾਂਦਾ ਹੈ। ਦੂਜੇ ਲਫ਼ਜ਼ਾਂ ਤੋਂ ਬੁੱਤ ਪ੍ਰਸਤੀ ਜਾਂ ਮੂਰਤੀ ਪੂਜਾ ਕਿਹਾ ਜਾਂਦਾ ਹੈ। ਉਹਨਾਂ ਦਾ ਧਰਮ ਹੈ, ਉਹਨਾਂ ਨੂੰ ਮੁਬਾਰਕ ਹੈ। ਜਿਨ੍ਹਾਂ ਧਰਮਾਂ 'ਚ ਪ੍ਰਵਾਨਗੀ ਹੈ ਉੱਥੇ ਮੁਬਾਰਕ ਹੈ।
ਪਰ ਸਿੱਖ ਰਹਿਤ ਮਰਿਆਦਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ, ਗੁਰੂ ਰੂਪ ਸੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਤੇ ਹੁਕਮ ਲੈਣਾ ਜਾਂ ਸੁਣਨਾ ਨੂੰ ਹੀ ਸਤਿਗੁਰ ਦੇ ਦਰਸ਼ਨ ਕਿਹਾ ਗਿਆ ਹੈ। ਇੱਥੇ ਦਰਸ਼ਨ ਦਾ ਵਿੱਚ ਬੜਾ ਫਰਕ ਹੈ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਇੱਕ ਬੜੀ ਕਮਾਲ ਦੀ ਗੱਲ ਲਿਖੀ ਸੀ ਕਿ ਕਹਿੰਦੇ ਉਹਨਾਂ ਲਿਖਿਆ ਵੀ ਜਦੋਂ ਸਿੱਖ, ਮੈਨੂੰ ਪੂਰਾ ਉਹਦਾ ਨਾਂ ਕਿਤਾਬ ਦਾ ਯਾਦ ਨਹੀਂ ਆ ਰਿਹਾ ਪਰ ਮੈਨੂੰ ਲਾਈਨਾਂ ਯਾਦ ਨੇ, ਉਹਨਾਂ ਨੇ ਲਿਖਿਆ ਵੀ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ, ਕੇਵਲ ਮੱਥਾ ਟੇਕ ਕੇ ਵਾਪਸ ਚਲਾ ਜਾਏ ਤਾਂ ਫਿਰ ਉਹ ਬੁੱਤ ਪ੍ਰਸਤ ਹੈ। ਜਦੋਂ ਸੰਗਤ ਵਿੱਚ ਬੈਠ ਕੇ ਕੀਰਤਨ ਕਥਾ ਜਾਂ ਹੁਕਮਨਾਮਾ ਸੁਣੇ ਤਾਂ ਫਿਰ ਉਹ ਸ਼ਬਦ ਪ੍ਰਸਤ ਹੋ ਜਾਂਦਾ ਹੈ। ਇਸ ਲਈ ਰਹਿਤ ਮਰਿਆਦਾ ਦੀ ਇਸ ਮੱਧ ਵਿੱਚ ਅੰਕਿਤ ਹੈ, ਵਾਕ ਲੈਣ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਮਾਲ ਚੁੱਕ ਕੇ ਦਰਸ਼ਨ ਕਰਕੇ ਕਰਨਾ ਜਾਂ ਕਰਵਾਉਣਾ ਮਨਮਤ ਹੈ। तो सिख बुत प्रस्त नहीं है, सिख शब्द प्रस्त है। सतगुरु सब को वेखदा जेता जगत संसार, डिठै मुक्त ना होवे जिचर शब्द ना करे विचार। ये गुरु अमरदास महाराज का बचन है। तो केवल वेखन नाल गलबात जिहड़ी है नहीं बनती। तो सिख रहत मर्यादा मुताबक गुरु ग्रंथ साहिब जी का प्रकाश कीर्तन कथा दे नाल ये हुक्म दा लैन दी मर्यादा है। तो इस तो अगे असीं चलते हैं। श्री गुरु ग्रंथ साहिब जी अगे मत्था टेकना, गुरु रूप संगत के अदब नाल दर्शन करने ते आवाज लैना जां सुनना सतगुरु के दर्शन हैं। वाक लैन तो बिना श्री गुरु ग्रंथ साहिब जी का रुमाल चुक के दर्शन करना जां करवाउणा मनमत है। संगत विच एक वक्त इको गल होनी चाहिए, कीर्तन जां कथा, व्याख्यान जां पाठ। तो चार चीज़ां इहदे विच लिखिया गईयां हैं। ये ऐड़ा मद है, बड़ी इंपोर्टेंट मद है, बड़ी अहमियत रखती है, बड़ी साडे अंदर इहनूं एक बड़ी इहदी महानता है। इस मद की संगत विच नालों नाल कीर्तन कथा जां व्याख्यान ते पाठ इकट्ठे नहीं हो सकते। कल परसों एक सवाल आया सी भी उत्थे ही सहज पाठ हो रहा हुंदा, उत्थे ही दीवान लगता है, मनमत है, नहीं हो सकते। इसदा मतलब क्यों है, क्यों इस तरह होया, की ਇਹਦਾ ਭਾਵ है। ਅਸੀਂ देखते हैं कई बारी, मैं तो बड़ा हैरान होना भी दरबार साहब चले जाओ, बंगला साहब चले जाओ, होर गुरुद्वारे चले जाओ, कीर्तनिया सिंह कीर्तन कर रहे होंदे ने ते संगतां हत्थ 'च गुटके फड़ के कोई सुखमनी साहब का पाठ कर रहा हुंदा, कोई कुछ कर रहा हुंदा। हैरानी की गल है भी पंथक मर्यादा 'च क्लीयर तौर ते जो गल लिखी है, फिर असीं वो गल नूं क्यों नहीं समझते। कुदरत का भी एक निज़म है, नेचर है कि दो कन, दो अखां, दो नक, जिहड़ियां नासकां साडीआं हन, इह होण दे बावजूद भी इन्हां दी बनतर अनुसार ये एक समय केवल एक ही चीज़ सुण, वेख अते सूंघ सकदियां हन। कीर्तन कथा व्याख्यान जां पाठी राहीं जो कुछ भी बोलिया जा रहा है उसनूं ध्यान नाल सुनना ते हिरदे 'च वसाउणा जरूरी है। कीर्तन कथा जां पाठ का मकसद की है? केवल कोई मैकेनिकल रेपुटेशन नहीं है, ये केवल दिल परचावा नहीं है, ये केवल दिल परचावा नहीं है। तो कीर्तन का जिहड़ा विधान है वो है संगत विच इको वक्त इको गल होनी चाहिए, कीर्तन कथा जां व्याख्यान जां पाठ। ये नहीं हो सकता। मैनूं अपने भी नाल वापरी घटना भी याद है कि साडा एक समागम रखा गया तरन दे नेड़े वीर बाबा बुढ़ा जी जिथे है अज, जिथे बाबा बुढ़ा जी का स्थान बने हुए ने, उत्थे समागम सी। ते जदों असीं जाना जाके समागम करन गए ते अंदर अखंड पाठ साहब हो रहा सी। उन्होंने पूछा हाल दे विच भी असीं कित्थे समागम करना जी, तुसीं इत्थे ही करना, कहंदे पाठ मूँह च कर लैणगे, तुसीं अपना समागम करी जाओ। कम से कम साडी गल तो सानू तो नहीं सी पचदी। असीं फिर उस समागम उत्थों तब्दील करके बाहरले पासे खुले ग्राउंड दे विच कीता। उत्थे जाके असीं सारा जिहड़ा जो साडा प्रोग्राम लिखिया सी, भावें थोड़ा लेट हो गया, लेकिन ये मर्यादा की उलंघना करनी जिहड़ी है ठीक नहीं। तो साडा मकसद मर्यादा की उलंघना करना नहीं, मर्यादा की पालना करना। ये जरूरी चीज़ है जी, एक चीज़ ही होनी चाहिए।
ਦੀਵਾਨ ਸਮੇਤ ਸੰਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕੇਵਲ ਸਿੱਖ ਮਰਦ ਜਾਂ ਤੀਵੀਂ ਹੀ ਬੈਠਣ ਦਾ ਅਧਿਕਾਰੀ ਹੈ। ਤੋ ਇਹ ਦੁਬਾਰਾ ਫਿਰ ਉਹੀ ਗੱਲ ਜਿਹੜੀ ਆਈ ਜਿਹਦੇ ਬਾਰੇ ਆਪਾਂ ਵਿਚਾਰ ਆਪਾਂ ਲੰਬੀ ਚੌੜੀ ਕਰ ਚੁੱਕੇ ਹਾਂ। ਇਸ ਵਾਸਤੇ ਇਹਨੂੰ ਹੁਣ ਜ਼ਿਆਦਾ ਲੰਬੀ ਵਿਚਾਰ ਕਰਨ ਦੀ ਲੋੜ ਨਹੀਂ ਹੈ। ਫਿਰ ਅਗਲੀ ਮੱਤ ਵੀ ਇਹਦੇ ਨਾਲ ਮਿਲਦੀ ਜੁਲਦੀ ਹੈ। ਸੰਗਤ ਨੂੰ ਪਾਠ ਕੇਵਲ ਸਿੱਖ ਹੀ ਕਰਕੇ ਸੁਣਾਵੇ, ਆਪਣੇ ਆਪ ਲਈ ਪਾਠ ਕੋਈ ਵੀ ਗੈਰ ਸਿੱਖ ਵੀ ਕਰ ਸਕਦਾ ਹੈ। ਇਸ ਤਰ੍ਹਾਂ ਸਪਸ਼ਟ ਤੌਰ ਤੇ ਗੱਲ ਦਰਜ ਕਰ ਦਿੱਤੀ ਹੈ ਕਿ ਸੰਗਤ ਨੂੰ ਪਾਠ ਸੁਣਾਉਣ ਦੀ ਸੇਵਾ ਕੇਵਲ ਸਿੱਖ ਹੀ ਕਰ ਸਕਦਾ ਹੈ, ਆਪਣੇ ਲਈ ਪਾਠ ਕੋਈ ਵੀ ਕਰ ਸਕਦਾ ਹੈ। ਸੰਗਤ ਵਿੱਚ ਕੀਰਤਨ ਕਥਾ ਤੇ ਪਾਠ ਕਰਨ ਦੀ ਸੇਵਾ ਕੇਵਲ ਸਿੱਖ ਹੀ ਨਿਭਾ ਸਕਦਾ ਹੈ। ਇਸ ਦੀ ਵਿਆਖਿਆ ਸਾਰੀ ਆਪਾਂ ਕਰ ਚੁੱਕੇ ਹਾਂ, ਜ਼ਿਆਦਾ ਡਿਟੇਲ ਵਿੱਚ ਇਹਦੀ ਜਾਣ ਦੀ ਲੋੜ ਨਹੀਂ ਹੈ। ਬਸ ਇੰਨਾ ਹੀ ਕਹਿ ਸਕਦੇ ਹਾਂ ਕਿ ਸੰਗਤ ਵਿੱਚ ਦੂਸਰਿਆਂ ਨੂੰ ਕੇਵਲ ਉਹੀ ਉਪਦੇਸ਼ ਕਰ ਸਕਦਾ ਹੈ ਜਿਸ ਨੇ ਇਸ ਬਾਣੀ ਨੂੰ ਆਪਣਾ ਇਸ਼ਟ ਅਤੇ ਮੁਕਤੀ ਦਾ ਦਾਤਾ ਮੰਨਿਆ ਹੋਇਆ ਹੋਵੇ, ਉਹੀ ਕਰ ਸਕਦਾ ਹੈ। ਅੱਗੇ ਹੁਣ ਹੁਕਮ ਲੈਣ ਦੀ ਮਰਿਆਦਾ ਹੈ। ਹੁਕਮ ਲੈਣ ਲੱਗਿਆਂ ਖੱਬੇ ਪੰਨੇ ਤੋਂ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ ਮੁੜ ਤੋਂ ਪੜ੍ਹਨਾ ਚਾਹੀਏ। ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪੱਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੋ। ਜੇ ਵਾਰ ਹੋਵੇ ਤਾਂ ਪੌੜੀ ਦੇ ਸਾਰੇ ਸ਼ਲੋਕ ਤੇ ਪੌੜੀ ਪੜ੍ਹਨੀ ਚਾਹੀਏ। ਸ਼ਬਦ ਦੇ ਅੰਤ ਵਿੱਚ ਜਿੱਥੇ ਨਾਨਕ ਨਾਮ ਆ ਜਾਵੇ ਉਸ ਤੁਕ ਦਾ ਤੇ ਭੋਗ ਪਾਇਆ ਜਾਵੇ। ਇਹ ਥੋੜੀ ਜਿਹੀ ਵਿਆਖਿਆ ਮੰਗਦਾ ਹੈ। ਆਮ ਤੌਰ ਤੇ ਇੱਕ ਸਵਾਲ ਕੀਤਾ ਜਾਂਦਾ ਹੈ ਜੀ ਸਾਰੀ ਬਾਣੀ ਹੀ ਹੁਕਮ ਹੈ, ਫਿਰ ਇੱਕ ਚੁਣੇ ਇਹ ਤਾਂ ਥੋੜੇ ਜਿਹੇ ਹੁਕਮ ਰਹਿ ਜਾਣਗੇ, ਇੰਨੇ ਸ਼ਬਦ ਉਹੀ ਹੁਕਮ ਦੁਆਰਾ ਦੁਹਰਾਈ ਜਾਂਦੇ ਨੇ। ਇਹਦੇ ਲਈ ਇੱਕ ਖਾਸ ਰਾਜ ਹੈ, ਇਹਦੇ ਪਿੱਛੇ ਖਾਸ ਕਾਰਨ ਹੈ। ਆਮ ਤੌਰ ਤੇ ਕੀ ਹੁੰਦਾ ਸੀ, ਗੁਰਦੁਆਰਾ ਵਿੱਚ ਗੁਰੂ ਘਰਾਂ ਵਿੱਚ ਜਦੋਂ ਅਰਦਾਸ ਕਰਾਉਣ ਕੋਈ ਜਾਂਦਾ ਸੀ ਜਾਂ ਅਰਦਾਸ ਕਰਾ ਕੇ ਹੁਕਮ ਲੈਣ ਦੀ ਗੱਲ ਕਰਦੇ ਸਨ ਤਾਂ ਗ੍ਰੰਥੀ ਸਿੰਘ ਜਾਂ ਮਹੰਤ ਜਾਂ ਪੁਜਾਰੀ ਉਹਨੂੰ ਖੁਸ਼ ਕਰਨ ਲਈ ਉਹ 94 ਜੇ ਕੋਈ ਸ਼ਬਦ ਕੱਢ ਕੇ ਤੇ ਉਹੀ ਪੜ੍ਹ ਕੇ ਸੁਣਾ ਦਿੰਦੇ ਸੀ। ਪਹਿਲਾਂ ਹੀ ਕੱਢ ਕੇ ਰੱਖੇ ਹੁੰਦੇ ਸੀ, ਪੜ੍ਹ ਕੇ ਸੁਣਾ ਦੇਣ। ਪੰਥਕ ਨਿਜ਼ਮ ਜਿਹੜਾ ਸੀ ਫਿਰ ਉਹਨੂੰ ਤਬਦੀਲ ਕੀਤਾ ਗਿਆ। ਜਦੋਂ ਰਹਿਤ ਮਰਿਆਦਾ ਬਣੀ ਤਾਂ ਉਹਦੇ 'ਚ ਤਬਦੀਲੀ ਹੋਈ। ਉਹਦੀ ਇੱਕ ਪਰੰਪਰਾ ਹੈ, ਮਰਿਆਦਾ ਹੈ। ਰੁਮਾਲਾ ਚੁੱਕੀਏ, ਸਭ ਤੋਂ ਪਹਿਲਾਂ ਰੁਮਾਲਾ ਚੁੱਕੀਏ। ਖੱਬੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੱਬੇ ਪਾਸੇ ਜਿੱਥੇ ਈਵਨ ਨੰਬਰ ਹੀ ਹੁੰਦੇ ਨੇ ਆਲਮੋਸਟ, ਔਰ ਸੱਜੇ ਪਾਸੇ ਸਾਡੇ ਹੋਣਗੇ, ਖੱਬੇ ਪਾਸੇ ਉਧਰ ਨੂੰ ਦੇਖੀਏ ਉੱਥੇ ਸ਼ਬਦ ਉੱਤੋਂ ਸ਼ੁਰੂ ਹੁੰਦਾ ਜਾਂ ਪਿੱਛੋਂ ਤੁਰਿਆ ਆ ਰਿਹਾ ਹੈ। ਜੇ ਤਾਂ ਸ਼ਬਦ ਉੱਥੇ ਪਹਿਲੇ ਤੋਂ ਹੀ ਸ਼ਲੋਕ ਜਾਂ ਰਾਗ ਜਾਂ ਕੁਝ ਲਿਖਿਆ ਤਾਂ ਫਿਰ ਉੱਥੋਂ ਹੀ ਆਪਾਂ ਨੂੰ ਹੁਕਮ ਲੈਣਾ ਸ਼ੁਰੂ ਕਰਨਾ ਚਾਹੀਦਾ। ਪਰ ਜੇ ਪਿੱਛੋਂ ਸ਼ਬਦ ਚੱਲਿਆ ਆਉਂਦਾ ਹੈ ਫਿਰ ਉਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੂੰ ਬਦਲ ਕੇ ਪਿਛਲੇ ਪਾਸੇ ਸੱਜੇ ਪਾਸੇ ਦੇ ਆਖਰ ਵਿੱਚ ਜਿਹੜਾ ਸ਼ਬਦ ਜਾਂ ਪੌੜੀ ਜਾਂ ਸ਼ਲੋਕ ਸ਼ੁਰੂ ਹੁੰਦਾ ਉੱਥੋਂ ਸ਼ੁਰੂ ਹੀ ਕਰਨਾ ਚਾਹੀਦਾ। ਤਾਂ ਉੱਥੋਂ ਲੈ ਕੇ ਜਿੱਥੇ ਤੱਕ ਨਾਨਕ ਲਫ਼ਜ਼ ਆ ਜਾਂਦਾ ਉੱਥੇ ਦੀ ਸਮਾਪਤੀ ਕਰਨੀ ਚਾਹੀਦੀ ਹੈ। ਜੇ ਵਾਰਾਂ ਵਿੱਚੋਂ ਆ ਜਾਏ ਤਾਂ ਫਿਰ ਨਾਲ ਸ਼ਲੋਕ ਵੀ ਪੜ੍ਹਨੇ ਨੇ ਤੇ ਆਪਣੇ ਪੌੜੀ ਵੀ ਪੜ੍ਹਨੀ ਹੈ, ਜੇ ਵਾਰ ਵਿੱਚੋਂ ਵੀ ਆ ਜਾਏ। ਪਿੱਛੇ ਜੇ ਇੱਕ ਸਵਾਲ ਆਇਆ ਸੀ ਵੀ ਆਨੰਦ ਸਾਹਿਬ ਦੇ ਵਿੱਚੋਂ ਹੁਕਮ ਆ ਜਾਏ ਤਾਂ ਫਿਰ ਕੀ ਕਰਨਾ ਚਾਹੀਦਾ ਹੈ। ਇੱਥੇ ਲਿਖਿਆ ਨਾਨਕ ਲਫ਼ਜ਼ ਆ ਜਾਏ, ਉੱਥੇ ਸਮਾਪਤੀ ਜਿਹੜੀ ਹੈ ਕਰ ਦੇਣੀ ਚਾਹੀਦੀ ਹੈ। ਉੱਥੇ ਸਿੱਖ ਰਹਿਤ ਮਰਿਆਦਾ 'ਚ ਲਿਖਿਆ। ਮੈਂ ਇਹਦੇ ਬਾਰੇ ਪੂਰੀ ਸਪਸ਼ਟਤਾ ਨਾਲ ਤਾਂ ਨਹੀਂ ਕਹਿ ਸਕਦਾ, ਲੇਕਿਨ ਮੇਰੇ ਤਾਂ ਇਹੋ ਹੀ ਖਿਆਲ ਬਣਦਾ ਵੀ ਜੇ ਨਾਨਕ ਲਫ਼ਜ਼ ਦਾ ਉਹਦਾ ਲਿਖਿਆ ਤਾਂ ਫਿਰ ਇੱਕ ਪੌੜੀ ਜੋ ਆਨੰਦ ਸਾਹਿਬ ਜੀ ਦੀ ਹੁੰਦੀ ਹੈ ਉਹਦੇ 'ਚ ਵੀ ਨਾਨਕ ਲਫ਼ਜ਼ ਦੇ ਇਸਤੇਮਾਲ ਹੋਏ ਨੇ, ਉੱਥੇ ਜਾ ਕੇ ਉਹਦੀ ਸਮਾਪਤੀ ਜਿਹੜੀ ਹੈ ਹੋ ਸਕਦੀ ਹੈ। ਜੋ ਫਿਰ ਵੀ ਇਹਨੂੰ ਪੈਨਲ ਮੈਂਬਰਸ ਇਹਦੇ ਬਾਰੇ ਹੋਰ ਆਪਣੇ ਵਿਚਾਰ ਸਪਸ਼ਟੀਕਰਨ ਵੀ ਦੇਣਗੇ ਜਾਂ ਕਰ ਸਕਦੇ ਹੋ, ਜੋ ਉਹਦੇ 'ਚ ਲਿਖਿਆ ਮਿਲਦਾ ਹੈ ਰਹਿਤ ਮਰਿਆਦਾ ਵਿੱਚ। ਦੁਬਾਰਾ ਫਿਰ ਪੜ੍ਹ ਰਿਹਾ। ਹੁਕਮ ਲੈਣ ਲੱਗਿਆ ਖੱਬੇ ਪੰਨੇ ਤੋਂ ਲੈਫਟ ਸਾਈਡ ਉੱਪਰਲਾ ਪਾਸਾ ਨਜ਼ਰ ਸਿਰ ਤੇ ਉੱਤੇ ਜਾਵੇ। ਇਹ ਪੰਥਕ ਡਿਸਪਲਿਨ ਬਣਾਇਆ ਗਿਆ ਹੈ, ਅਨੁਸ਼ਾਸਨ ਬਣਾਇਆ ਗਿਆ। ਇਹ ਨਹੀਂ ਹੈ ਵੀ ਤੁਸੀਂ ਜਿਹੜਾ ਮਰਜ਼ੀ ਕੱਢੋ ਤੇ ਜਿਹੜਾ ਮਰਜ਼ੀ ਪੜ੍ਹ ਕੇ ਸੁਣਾ ਦਿਓ। ਆਪਣੇ ਲਈ ਜਦੋਂ ਅਸੀਂ ਪਾਠ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਓਂਕਾਰ ਤੋਂ ਲੈ ਕੇ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ, ਹਰ ਇੱਕ ਮੋਤੀ ਹੁਕਮ ਹੈ ਸਾਡੇ ਲਈ, ਰਤਨ ਹੈ, ਜਵਾਹਰ ਹੈ, ਮਾਨਕ ਹੈ। ਪਰ ਪੰਥਕ ਮਰਿਆਦਾ ਮੁਤਾਬਕ ਜਦੋਂ ਅਸੀਂ ਹੁਕਮ ਲੈਣਾ ਹੈ, ਸੰਗਤ ਜੁੜੀ ਹੈ ਤਾਂ ਫਿਰ ਸਾਨੂੰ ਇਹ ਨਿਯਮ ਅਪਣਾਉਣਾ ਜ਼ਰੂਰੀ ਹੈ। ਹੁਕਮ ਲੈਣ ਲੱਗਿਆ ਖੱਬੇ ਪੰਨੇ ਤੋਂ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ ਮੁੱਢ ਤੋਂ ਪੜ੍ਹਨਾ ਚਾਹੀਏ।
ਜੇ ਉਹ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪੱਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੋ। ਜੇ ਵਾਰ ਹੋਵੇ ਤਾਂ ਪੌੜੀ ਦੇ ਸਾਰੇ ਸ਼ਲੋਕ ਤੇ ਪੌੜੀ ਪੜ੍ਹਨੀ ਚਾਹੀਦੀ। ਸ਼ਬਦ ਦੇ ਅੰਤ ਵਿੱਚ ਜਿੱਥੇ ਨਾਨਕ ਨਾਮ ਆ ਜਾਵੇ ਉਸ ਤੁਕ ਉੱਤੇ ਭੋਗ ਪਾਇਆ ਜਾਵੇ। ਉਹ ਬੜਾ ਸਪਸ਼ਟ ਆਦੇਸ਼ ਸਾਨੂੰ ਸਿੱਖ ਰਹਿਤ ਮਰਆਦਾ ਵਿੱਚ ਹੁਕਮ ਲੈਣ ਬਾਰੇ ਕੀਤਾ ਗਿਆ ਹੈ। ਤੋ ਇੱਕ ਛੋਟਾ ਜਿਹਾ ਚੈਟ ਵਿੱਚ ਕੁਐਸਚਨ ਆਇਆ ਸੀ ਵੀ ਹੁਕਮ ਤੇ ਹੁਕਮਨਾਮੇ 'ਚ ਕੀ ਫਰਕ ਹੈ। ਫਿਰ ਦੁਹਰਾ ਦਿਆਂ, ਹੁਕਮਨਾਮਾ ਲਿਖ ਕੇ ਦਿੱਤਾ ਜਾਂਦਾ ਹੈ ਸੰਗਤਾਂ ਦੇ ਨਾਮ ਤੇ, ਜੋ ਲਿਖਤੀ ਤੌਰ ਤੇ ਗੁਰੂ ਸਾਹਿਬ ਭੇਜਦੇ ਸੀ। ਕਾਬਲ ਦੇ ਸੰਗਤ ਦੇ ਨਾਂ ਤੇ ਹੁਕਮਨਾਮੇ ਮਿਲਦੇ ਹਨ। ਇੱਥੋਂ ਮਾਲਵੇ ਦੀ ਸੰਗਤ ਦੇ ਨਾਮ ਤੇ ਭਾਈ ਤਰਲੋਕਾ, ਭਾਈ ਰਾਮਾ ਦੇ ਨਾਮ ਤੇ ਹੁਕਮਨਾਮੇ ਮਿਲਦੇ ਹਨ, ਜਿਹੜੇ ਭੇਜੇ ਹੋਏ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦੇ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦੇ ਹੁਕਮਨਾਮੇ ਵੀ ਮਿਲਦੇ ਹਨ ਜੋ ਉਹਨਾਂ ਨੇ ਸੰਗਤਾਂ ਦੇ ਨਾਲ ਭੇਜੇ। ਉਹ ਜੋ ਲਿਖਤੀ ਤੌਰ ਤੇ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ, ਭੇਜਿਆ ਜਾਂਦਾ, ਉਹਨੂੰ ਹੁਕਮਨਾਮਾ ਕਿਹਾ ਜਾਂਦਾ ਹੈ। ਔਰ ਜਿਹੜਾ ਇਹ ਹੈ, ਇਹ ਗੁਰੂ ਦਾ ਹੁਕਮ ਹੈ, ਬਾਣੀ ਹੁਕਮ ਰੂਪ ਵਿੱਚ ਸਾਡੇ ਕੋਲ ਹੈ। ਇਸ ਕਰਕੇ ਇਹਨੂੰ ਅਸੀਂ ਹੁਕਮ ਲੈਣਾ ਹੀ, ਇੱਥੇ ਸਰਲੇਖ ਵੀ ਹੁਕਮ ਲੈਣਾ ਹੀ ਦਿੱਤਾ ਗਿਆ ਹੈ। ਜੋ ਅੱਗੇ ਦੀਵਾਨ ਦੀ ਸਮਾਪਤੀ ਜਾਂ ਭੋਗ ਦਾ ਅਰਦਾਸਾ ਹੋ ਕੇ ਅੰਤਮ ਹੁਕਮ ਲਿਆ ਜਾਵੇ। ਤੋ ਸਖਸ਼ੀ ਰਹਿਣੀ ਦੇ ਅਧਿਆਇ 'ਚ ਇਹ ਆਖਰੀ ਮੱਧ ਹੈ ਜਿਹੜੀ, ਉਹ ਹੈ ਦੀਵਾਨ ਦੀ ਸਮਾਪਤੀ ਜਾਂ ਭੋਗ ਦਾ ਅਰਦਾਸਾ ਹੋ ਕੇ ਅੰਤਮ ਹੁਕਮ ਲਿਆ ਜਾਏ। ਦੀਵਾਨ ਦੀ ਸਮਾਪਤੀ ਤਾਂ ਹੀ ਸਪੂਰਨ ਹੋਏਗੀ ਜਦੋਂ ਗੁਰੂ ਜੀ ਦੇ ਸਨਮੁਖ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਅੰਤਮ ਹੁਕਮ ਜਿਹੜਾ ਹੈ ਲਿਆ ਜਾਏਗਾ। ਗੁਰੂ ਜੀ ਦਾ ਇਹ ਹੁਕਮ ਆਉਣ ਸਮੇਂ ਸਿੱਖ ਦੀ, ਗੁਰੂ ਜੀ ਦਾ ਹੁਕਮ ਜਿਹੜਾ ਹੈ ਸਿੱਖ ਦੇ ਜੀਵਨ ਨੂੰ ਉਤਸ਼ਾਹ, ਚੜ੍ਹਦੀ ਕਲਾ, ਗੁਰਬਾਣੀ ਵਿਚਾਰਨ, ਸਮਝਣ ਦੀ ਗੱਲ ਬਖਸ਼ਦਾ ਹੈ, ਜਿੱਥੋਂ ਅਸੀਂ ਸਾਰੇ ਜ਼ਿੰਦਗੀ ਅਗਵਾਈ ਲੈਣੀ ਹੈ। ਇਸ ਹੁਕਮ ਤੇ ਅਮਲ ਕਰਕੇ ਹੀ ਅਸੀਂ ਗੁਰੂ ਦੀਆਂ ਖੁਸ਼ੀਆਂ ਹਾਸਲ ਕਰ ਸਕਦੇ ਹਾਂ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਕਈ ਵਾਰ ਐਸਾ ਵੀ ਵੇਖਣ ਚ ਆਉਂਦਾ ਹੈ ਕਿ ਕੁਝ ਲੋਕ ਬਿਨਾਂ ਹੁਕਮ ਸੁਣਨ ਤੋਂ ਹੀ, ਜਾਂ ਹੁਕਮ ਸ਼ੁਰੂ ਹੁੰਦੇ ਸਾਰ ਹੀ ਪਹਿਲਾ ਅੱਖਰ ਸੁਣਿਆ ਤੇ ਫਿਰ ਦੀਵਾਨ 'ਚ ਉੱਠ ਕੇ ਚਲੇ ਜਾਂਦੇ ਹਨ। ਐਸਾ ਨਹੀਂ ਹੋਣਾ ਚਾਹੀਦਾ। ਦੂਜੀ ਬੇਨਤੀ ਇਹ ਹੈ ਵੀ ਹੁਕਮ ਸੁਣਿਆ ਜਾਂਦਾ ਹੈ, ਹੁਕਮ ਨਾਲ ਬੋਲਿਆ ਨਹੀਂ ਜਾਂਦਾ। ਜਦੋਂ ਗੁਰੂ ਹੁਕਮ ਕਰਦਾ ਹੈ ਤਾਂ ਸਾਨੂੰ ਨਾਲ ਨਹੀਂ ਬੋਲਣਾ ਚਾਹੀਦਾ, ਸਾਨੂੰ ਯਾਦ ਵੀ ਹੋਵੇ, ਅਕਸਰ ਯਾਦ ਹੁੰਦੇ ਨੇ ਸ਼ਬਦ, ਤਾਂ ਫਿਰ ਵੀ ਸਾਨੂੰ ਸਰੋਤੇ ਬਣ ਕੇ ਗੁਰੂ ਦੇ ਹੁਕਮ ਨੂੰ ਸੁਣਨਾ ਚਾਹੀਦਾ ਹੈ। ਹੁਣ ਗੁਰੂ ਇੱਕ ਪਾਸੇ ਹੁਕਮ ਕਰ ਰਿਹਾ ਹੋਵੇ, ਫਿਜ਼ੀਕਲ ਤੌਰ ਤੇ ਅਸੀਂ ਮੰਨ ਲਈਏ, ਸ਼ਖਸੀ ਤੌਰ ਤੇ ਗੁਰੂ ਹਾਜ਼ਰ ਹੋਵੇ ਤੇ ਗੁਰੂ ਬੋਲਦਾ ਹੋ, ਗੁਰੂ ਜੀ ਬੋਲਦੇ ਹੋਣ ਤੇ ਸਿੱਖ ਵਿੱਚੋਂ ਆਪਣੀਆਂ ਨਾਲ ਬੋਲਣ ਲੱਗ ਪਵੇ ਕਿ ਇਹ ਗੱਲ ਠੀਕ ਹੈ, ਬਿਲਕੁਲ ਨਹੀਂ। ਜਦੋਂ ਹੁਕਮ ਆਵੇ ਸੁਣੋ ਬਸ। ਜੋ ਗ੍ਰੰਥੀ ਸਿੰਘ ਪੜ੍ਹਦਾ ਹੈ ਉਹਨੂੰ ਖਿਆਲ ਨਾਲ ਸੁਣੀਏ, ਉਹਦੇ ਤੇ ਵਿਚਾਰੀਏ, ਉਹਦੇ ਤੇ ਅਮਲ ਕਰੀਏ, ਨਾ ਕਿ ਨਾਲੋਂ ਨਾਲ ਅਸੀਂ ਦੁਬਾਰਾ ਵਿੱਚ ਬੋਲਣਾ ਸ਼ੁਰੂ ਕਰ ਦਈਏ। ਇੱਕ ਤਾਂ ਸੰਗਤ ਵਿੱਚ ਡਿਸਟਰਬੈਂਸ ਹੁੰਦੀ ਹੈ, ਇਕਾਗਰਤਾ ਭੰਗ ਹੁੰਦੀ ਹੈ। ਦੂਜਾ, ਅਸੀਂ ਹੁਕਮ ਸੁਣਨ ਦੀ ਉਲੰਘਣਾ ਦੇ ਦੋਸ਼ੀ ਬਣ ਜਾਂਦੇ ਹਾਂ। ਗੁਰੂ ਦਾ ਹੁਕਮ ਭਾਵੇਂ ਸਾਨੂੰ ਜ਼ੁਬਾਨੀ ਯਾਦ ਵੀ ਕਿਉਂ ਨਾ ਹੋਵੇ, ਸਾਨੂੰ ਨਾਲ ਪੜ੍ਹਨਾ ਨਹੀਂ ਚਾਹੀਦਾ, ਬੋਲਣਾ ਨਹੀਂ ਚਾਹੀਦਾ। ਕੇਵਲ ਸਰੋਤੇ ਬਣ ਕੇ ਸਾਨੂੰ ਸਿਰ ਝੁਕਾ ਕੇ ਗੁਰੂ ਦੇ ਹੁਕਮ ਨੂੰ ਅਦਬ ਦੇ ਨਾਲ, ਪਿਆਰ ਦੇ ਸੁਣਨਾ ਚਾਹੀਦਾ ਹੈ। ਤੋ ਇਹ ਹੁਕਮ ਦੀ ਮਰਿਆਦਾ ਹੈ ਜੋ ਦੀਵਾਨ ਦੀ ਸਮਾਪਤੀ ਜਾਂ ਭੋਗ ਦਾ ਅਰਦਾਸਾ ਹੋ ਕੇ ਅੰਤਮ ਹੁਕਮ ਲਿਆ ਜਾਏ। ਅੱਗੇ ਹੈ ਸਧਾਰਨ ਪਾਠ। ਕੱਲ ਵੀ ਕੁਐਸਚਨ ਆਇਆ ਸੀ ਵੀ ਸਹਿਜ ਪਾਠ ਜਾਂ ਸਧਾਰਨ ਪਾਠ ਕਿਉਂ ਕਹਿੰਦੇ ਹੋ। ਹੁਣ ਸਿੱਖ ਰਹਿਤ ਮਰਿਆਦਾ ਵਿੱਚ ਇਸ ਦਾ ਨਾਮ ਹੀ ਸਧਾਰਨ ਪਾਠ ਲਿਖਿਆ ਹੋਇਆ ਹੈ। ਇਹਦੀ ਊੜਾ ਮੱਧ ਹੈ, ਹਰ ਇੱਕ ਸਿੱਖ ਨੂੰ ਵਸ ਲੱਗੇ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਿਵੇਕਲਾ ਸਥਾਨ ਨਿਯਤ ਕਰਨਾ ਚਾਹੀਏ। ਇਸ ਅਧਿਆਇ ਦੀ ਪਹਿਲੀ ਮੱਧ ਜਿਹੜੀ ਹੈ ਇਹ ਹੈ ਕਿ ਹਰ ਸਿੱਖ ਨੂੰ ਗੁਰਬਾਣੀ ਦੇ ਪਾਠ ਦੇ ਅਭਿਆਸ ਲਈ ਅਸਲ 'ਚ ਇਹ ਇੱਕ ਸੇਧ ਦਿੱਤੀ ਗਈ ਹੈ। ਹਰ ਸਿੱਖ ਨੂੰ ਗੁਰਬਾਣੀ ਦੇ ਪਾਠ ਦੇ ਅਭਿਆਸ ਦੀ ਇਹ ਸੇਧ ਦਿੱਤੀ ਗਈ ਹੈ। ਇਸ ਅਨੁਸਾਰ ਹਰ ਸਿੱਖ ਨੂੰ ਵਸ ਲੱਗੇ, ਮਜਬੂਰੀ ਨਹੀਂ ਹੈ। ਜੇ ਜਗ੍ਹਾ ਨਹੀਂ ਹੈ ਸਾਡੇ ਕੋਲ ਤਾਂ ਨਹੀਂ ਪ੍ਰਕਾਸ਼ ਕਰਨਾ ਚਾਹੀਦਾ। ਪੌੜੀਆਂ ਦੇ ਥੱਲੇ, ਭੀੜੀਆਂ ਦੀਆਂ ਨੁੱਕਰਾਂ ਵਿੱਚ, ਛੋਟੇ ਜਿਹੇ ਕਮਰਿਆਂ ਦੇ ਵਿੱਚ ਜਾਂ ਕਮਰੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕਰਨਾ ਚਾਹੀਦਾ। ਕਿਉਂਕਿ ਸਤਿਗੁਰੂ ਦੇ ਦੋ ਸਤਿਕਾਰ ਹਨ, ਇੱਕ ਬਾਹਰਮੁਖੀ ਸਤਿਕਾਰ ਹੈ, ਇੱਕ ਅੰਤਰਮੁਖੀ ਸਤਿਕਾਰ ਹੈ। ਦੋਨੇ ਸਤਿਕਾਰ ਜ਼ਰੂਰੀ ਹੈ। ਬਾਹਰਲਾ ਸਤਿਕਾਰ ਵੀ ਜ਼ਰੂਰੀ ਹੈ, ਅੰਦਰਲਾ ਸਤਿਕਾਰ ਵੀ ਗੁਰੂ ਸਾਹਿਬ ਦਾ ਜੋ ਉਸ ਤੋਂ ਵੀ ਜ਼ਰੂਰੀ ਹੈ। ਇਸ ਵਾਸਤੇ ਜੇ ਸਾਡੇ ਕੋਲ ਨਿਵੇਕਲਾ ਸਥਾਨ ਨਹੀਂ ਹੋ ਸਕਦਾ ਜਾਂ ਨਿਵੇਕਲੀ ਜਗ੍ਹਾ ਨਹੀਂ ਹੋ ਸਕਦੀ,
ਜਾਂ ਸਾਡੇ ਕੋਲ ਜਗ੍ਹਾ ਨਹੀਂ ਹੈ ਤਾਂ ਇੱਥੇ ਲਫ਼ਜ਼ ਇਸੇ ਕਰਕੇ ਲਿਖਿਆ ਵਸ ਲੱਗੇ। ਵੀ ਸੰਭਵ ਹੋਣਾ ਚਾਹੀਦਾ ਜਦੋਂ ਅਸੀਂ ਘਰ ਬਣਾਈਏ ਕਰੀਏ, ਕਿਉਂਕਿ ਸਾਡੇ ਜੀਵਨ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਜੀ ਹਨ। ਉਹਨਾਂ ਦੀ ਬਾਣੀ ਨੂੰ ਪੜ੍ਹਨਾ ਵਿਚਾਰਨਾ, ਠੀਕ ਹੈ ਸਾਡੇ ਕੋਲ ਪੋਥੀਆਂ ਸੈਂਚੀਆਂ ਦਰਪਣ ਸਾਰਾ ਕੁਝ ਮਿਲ ਜਾਂਦਾ, ਲੇਕਿਨ ਜਦੋਂ ਅਸੀਂ ਆਨੰਦ, ਫਿਰ ਬੇਨਤੀ ਕਰ ਰਹੇ ਹਾਂ ਕਿ ਜੋ ਤਾਂ ਆਪਾਂ ਤਾਬਿਆ ਬੈਠ ਕੇ ਬਾਣੀ ਦਾ ਪਾਠ ਦਾ ਆਨੰਦ ਲੈਂਦੇ ਹਾਂ, ਸ਼ਾਇਦ ਸਾਡੀ ਉਨੀ ਸਾਵਧਾਨਤਾ ਨਹੀਂ ਬਣਦੀ ਜਦੋਂ ਅਸੀਂ ਪੋਥੀਆਂ ਤੋਂ ਬੈਠ ਕੇ ਜਾਂ ਮੋਬਾਈਲ ਤੋਂ ਜਾਂ ਲੈਪਟਾਪ ਤੋਂ ਗੱਲ ਕਰਦੇ ਹਾਂ, ਸ਼ਾਇਦ ਉਨੀ ਸਾਵਧਾਨਤਾ ਨਾ ਬਣਦੀ ਹੋਵੇ ਜਦੋਂ ਸਿੰਗਲ ਬੰਦਾ ਪੜ੍ਹਦਾ ਹੁੰਦਾ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਬਹਿੰਦੇ ਹਾਂ ਤਾਂ ਭਾਵ ਹੁੰਦਾ ਹੈ, ਭਾਵਨੀ ਹੁੰਦੀ ਹੈ ਇੱਕ। ਇਸ ਕਰਕੇ ਇਹ ਲਫ਼ਜ਼ ਜਿਹੜੇ ਨੇ ਵਰਤੇ ਗਏ ਹਨ। ਜਦੋਂ ਵਸ ਲੱਗੇ, ਮਜਬੂਰੀ ਨਹੀਂ ਹੈ। ਤੋ ਇੱਥੇ ਲਫ਼ਜ਼ ਲਿਖਿਆ ਵਸ ਲੱਗੇ ਤਾਂ ਘਰ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਚਾਹੀਦਾ ਹੈ। ਪਰ ਇਸ ਦੇ ਨਾਲ ਇਹ ਵੀ ਜ਼ਰੂਰੀ ਨਹੀਂ, ਪਰ ਇਹਦੇ ਨਾਲ ਇਹ ਵੀ ਇੱਕ ਗੱਲ ਜ਼ਰੂਰੀ ਹੈ ਕਿ ਪ੍ਰਕਾਸ਼ ਲਈ ਵੱਖਰਾ ਤੇ ਨਿਵੇਕਲਾ ਸਥਾਨ ਹੋਣਾ ਚਾਹੀਦਾ ਹੈ, ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਤੇ ਸਤਿਕਾਰ ਪੂਰੀ ਮਰਿਆਦਾ ਦੇ ਨਾਲ ਨਿਭਾਇਆ ਜਾ ਸਕੇ। ਐਸਾ ਨਾ ਹੋਵੇ ਕਿ ਕੋਈ ਕੋਠੀ ਜਾਂ ਬੰਗਲਾ ਪੂਰੀ ਸ਼ਾਨੋ ਸ਼ੌਕਤ ਨਾਲ ਉਸਾਰ ਲਿਆ ਜਾਵੇ, ਪਰ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਪ੍ਰਕਾਸ਼ ਦੀ ਲੋੜ ਪਈ ਤਾਂ ਪੌੜੀਆਂ ਦੇ ਥੱਲੇ, ਪ੍ਰਛੱਤੀ ਤੇ, ਖੂੰਜੇ ਦੇ ਵਿੱਚ, ਕਿਧਰੇ ਹੋਰ ਜਿਹੜੀ ਥਾਂ ਵਰਤੋਂ ਚ ਨਹੀਂ ਆਉਂਦੀ ਉੱਥੇ ਲਿਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੇ ਜਾਏ, ਨਹੀਂ ਹੋਣਾ ਚਾਹੀਦਾ। ਇਸ ਲਈ ਜੇਕਰ ਪੂਰੀ ਮਰਿਆਦਾ ਤੇ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇ, ਮੁਬਾਰਕ ਹੈ। ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਰੱਖ ਕੇ ਉਹਨਾਂ ਉੱਤੇ ਸੰਥਿਆ ਤੇ ਪਾਠ ਕੀਤਾ ਜਾ ਸਕਦਾ ਹੈ ਤੇ ਕਰਨਾ ਵੀ ਚਾਹੀਦਾ ਹੈ। ਜੇ ਸਾਡੇ ਕੋਲ ਪੂਰਾ ਸਤਿਕਾਰ ਨਹੀਂ ਉਹਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਹੁੰਦਾ, ਸੈਂਚੀਆਂ ਨੂੰ ਅਸੀਂ ਪਾਠ ਜਿਹੜੀਆਂ ਰੱਖ ਕੇ ਘਰ 'ਚ ਪਾਠ ਕਰ ਸਕਦੇ ਹਾਂ। ਇੱਥੇ ਇੱਕ ਹੋਰ ਜ਼ਰੂਰੀ ਗੱਲ ਵੀ ਹੈ ਜਿਹੜੀ ਸ਼ਾਇਦ ਇੱਥੇ ਇਹ ਵਰਣਨ ਨਹੀਂ ਵੀ ਕੀਤੀ ਗਈ, ਜੋ ਮੈਂ ਥੋੜੀ ਜਿਹੀ ਹੋਰ ਵਿਆਖਿਆ ਕਰਦਾ ਵੀ ਜਿਸ ਘਰ ਵਿੱਚ ਸ਼ਰਾਬ, ਤਮਾਕੂ, ਗੁਰਮਤ ਵਿਰੋਧੀ ਵਸਤਾਂ ਦਾ ਸੇਵਨ ਹੁੰਦਾ ਹੋਵੇ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਨਾ ਚਾਹੀਦਾ। ਜਿੱਥੇ ਇਹ ਗੁਰਮਤ ਵਿਰੋਧੀ ਵਸਤਾਂ ਦਾ ਜਿਹੜਾ ਇਸਤੇਮਾਲ ਹੁੰਦਾ ਹੋਇਆ। ਇਸ ਸਮੇਂ ਇਸ ਸੰਬੰਧੀ 17 ਸਤੰਬਰ 2013 ਨੂੰ ਅਕਾਲ ਤਖ਼ਤ ਸਾਹਿਬ ਤੇ ਮਤਾ ਨੰਬਰ 2 ਰਾਹੀਂ ਹੀ ਇੱਕ ਹਦਾਇਤ ਜਾਰੀ ਕੀਤੀ ਗਈ ਸੀ। ਉਹ ਮੈਂ ਆਪ ਜੀ ਦੇ ਨਾਲ ਜ਼ਰੂਰ ਪੜ੍ਹ ਕੇ ਸਾਂਝੀ ਕਰ ਦਿੰਦਾ ਇਸ ਸੰਬੰਧੀ, ਕਿਉਂਕਿ ਮੈਂ ਆਪਣੇ ਕੋਲੋਂ ਕੁਝ ਵੀ ਨਹੀਂ ਕਹਿ ਰਿਹਾ। ਜੋ ਮੈਨੂੰ ਮਟੀਰੀਅਲ ਮਿਲਿਆ ਹੈ ਮੈਂ ਉਹੀ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ ਹਾਂ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਦੀਰਘ ਵਿਚਾਰਾਂ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਜਿਨ੍ਹਾਂ ਘਰਾਂ ਵਿੱਚ ਸ਼ਰਾਬ ਦੀ ਬਾਰ ਆਦਿ ਅਤੇ ਗੁਰਮਤ ਵਿਰੋਧੀ ਵਸਤਾਂ ਦਾ ਸੇਵਨ ਹੁੰਦਾ ਹੈ, ਉਹਨਾਂ ਘਰਾਂ ਵਿੱਚ ਪੱਕੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਇਹ 17 ਸਤੰਬਰ 2013 ਦੇ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਮਤਾ ਨੰਬਰ 2 ਰਾਹੀਂ ਇਹ ਹਦਾਇਤ ਜਿਹੜੀ ਹੈ ਇਹ ਜਾਰੀ ਕੀਤੀ ਗਈ। 8 ਸਾਲ ਵੀ ਤਕਰੀਬਨ ਹੋਏ ਹਨ। ਇਸ ਜਿਹੜੀ ਹਦਾਇਤ ਹੈ ਜਾਰੀ ਕੀਤੀ ਗਈ ਸੀ, ਜਿਹੜੀ ਹੋਰ ਵਿਆਖਿਆ ਕਰਦੀ ਹੈ ਕਿ ਜਿੱਥੇ ਇਹਨਾਂ 'ਚ ਗੁਰਮਤ ਵਿਰੋਧੀ ਚੀਜ਼ਾਂ ਦਾ ਸੇਵਨ ਹੁੰਦਾ ਹੋਵੇ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਤਾਂ ਇਸ ਗੱਲ ਦੀ ਪਾਲਣਾ ਕਰਨੀ ਸਾਡਾ ਸਾਰਿਆਂ ਦਾ ਫਰਜ਼ ਹੈ, ਸਾਡੀ ਡਿਊਟੀ ਹੈ। ਇਹ ਗੱਲ ਨਿਸ਼ਚਿਤ ਨਾਲ ਸਮਝ ਲਓ, ਭਰੋਸਾ ਰੱਖੋ ਕਿ ਪ੍ਰਕਾਸ਼ ਕਰਨ ਦਾ ਫਲ ਤਾਂ ਹੀ ਮਿਲੇਗਾ ਜੇ ਅਸੀਂ ਗੁਰੂ ਦੇ ਹੁਕਮ ਨੂੰ ਮੰਨਦੇ ਹਾਂ। ਜੇ ਅਸੀਂ ਗੁਰੂ ਦੀ ਨਰਾਦਰੀ ਕਰਨ ਦੇ ਭਾਗੀਦਾਰ ਬਣਦੇ ਹਾਂ ਤਾਂ ਫਿਰ ਸਾਨੂੰ ਪ੍ਰਕਾਸ਼ ਦੇ ਵਿੱਚ ਉਹ ਅੰਦਰਲਾ ਚਾਨਣਾ ਨਹੀਂ ਹੋ ਸਕਦਾ। ਦੂਜੇ ਪਾਸੇ ਜੇ ਅਸੀਂ ਗੁਰੂ ਸਾਹਿਬ ਦੀ ਨਰਾਦਰੀ ਦੇ ਭਾਗੀਦਾਰ ਬਣਦੇ ਹਾਂ, ਹੁਕਮ ਨਾ ਮੰਨਣਾ ਗੁਰੂ ਦੀ ਨਰਾਦਰੀ ਹੈ, ਹੁਕਮ ਤੇ ਨਾ ਚੱਲਣਾ ਗੁਰੂ ਦੀ ਨਰਾਦਰੀ ਹੈ। ਤੇ ਜੇ ਅਸੀਂ ਉਹ ਹੁਕਮ ਹੀ ਨਹੀਂ ਮੰਨਦੇ ਤਾਂ ਫਿਰ ਅਸੀਂ ਗੁਰੂ ਦੀ ਨਰਾਦਰੀ ਕਰਦੇ। ਜਿਹੜੀਆਂ ਚੀਜ਼ਾਂ ਗੁਰੂ ਲਿਖਿਆਂ ਦੇ ਇਸਤੇਮਾਲ ਨਹੀਂ ਕਰਨੀਆਂ, ਜੇ ਅਸੀਂ ਉਹ ਕਰਦੇ ਹਾਂ, ਇਸ ਦਾ ਮਤਲਬ ਇਹ ਹੈ ਵੀ ਅਸੀਂ ਗੁਰੂ ਦੇ ਹੁਕਮ ਨੂੰ ਉਲੰਘਣਾ ਕਰ ਰਹੇ ਹਾਂ, ਨਰਾਦਰੀ ਕਰ ਰਹੇ ਹਾਂ। ਇਹ ਵੀ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦੇ ਬਾਵਜੂਦ ਗੁਰਦੁਆਰੇ ਤੇ ਸੰਗਤ ਦੀ ਹਾਜ਼ਰੀ ਨਹੀਂ ਖੁੱਜਣੀ ਚਾਹੀਦੀ। ਇਹ ਨਹੀਂ ਹੋਵੇ ਕਿ ਅਸੀਂ ਪ੍ਰਕਾਸ਼ ਕਰ ਰਹੇ ਤੇ ਘਰ ਪਾਠ ਕਰ ਲੈਂਦੇ ਹਾਂ, ਨਹੀਂ, ਕਿਉਂਕਿ ਸੰਗਤ ਦੀ ਗੱਲ ਪਹਿਲਾਂ ਆ ਚੁੱਕੀ ਹੈ। ਜਿਹੜਾ ਆਪਾਂ ਸਖਸ਼ੀ ਬਾਣੀ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਪਹਿਲਾਂ, ਤੇ ਇਹ ਨਹੀਂ, ਇਹ ਗੱਲ ਪੱਕੀ ਯਾਦ ਕਰ ਲੈਣੀ ਚਾਹੀਦੀ ਹੈ ਵੀ ਘਰ 'ਚ ਪ੍ਰਕਾਸ਼ ਕਰਨ ਦੇ ਬਾਵਜੂਦ ਵੀ ਸੰਗਤ ਦੀ ਹਾਜ਼ਰੀ ਉਹ ਛੋਟ ਨਹੀਂ ਮਿਲ ਸਕਦੀ,
ਔਰ ਨਾ ਹੀ ਇਹਦੇ ਬਾਰੇ ਮਾਫੀ ਜਿਹੜੀ ਹੈ ਉਹ ਕਿਸੇ ਨੂੰ ਦਿੱਤੀ ਜਾ ਸਕਦੀ ਹੈ, ਨਾ ਹੀ ਛੋਟ ਕੋਈ ਇਹਦੇ ਵਿੱਚ ਲੈ ਸਕਦਾ ਹੈ। ਅਗਲਾ, ਹਰ ਇੱਕ ਸਿੱਖ ਸਿੱਖਣੀ ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖਣਾ ਚਾਹੀਏ। ਇਹ ਅਗਲੀ ਮੱਦ ਜਿਹੜੀ ਇਹ 'ਚ ਬੜਾ ਸਿੱਧਾ ਸਪਸ਼ਟ ਲਿਖਿਆ ਗਿਆ ਹੈ, ਉਹ ਕਿਸੇ ਇੱਥੇ ਉਮਰ ਦੀ ਕੋਈ ਬੰਦਿਸ਼ ਨਹੀਂ ਹੈ, ਉਮਰ ਦੀ ਕੋਈ ਹੱਦ ਬੰਦਾ ਨਹੀਂ ਕੀਤਾ ਗਿਆ। ਕਿਸੇ ਵੀ ਉਮਰ ਦਾ ਪ੍ਰਾਣੀ ਹੋਵੇ, ਗੁਰਮੁਖੀ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸਿੱਖਣਾ ਚਾਹੀਦਾ ਹੈ। ਤੇ ਹਰ ਸਿੱਖ ਨੂੰ, ਹਰ ਸਿੱਖ ਸਿੱਖਣੀ ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹ ਕੇ, ਹੁਣ ਅਸੀਂ ਇੱਥੇ ਬਾਰ-ਬਾਰ ਇਹਨਾਂ ਕਲਾਸਾਂ 'ਚ ਬੜਾ ਰੋਲ ਪਾਉਂਦੇ ਹਾਂ ਜੀ, ਇੱਥੇ ਬੱਚਿਆਂ ਨੂੰ ਨਹੀਂ ਸਮਝ ਆਉਂਦੀ, ਨਹੀਂ ਕਰਦੇ। ਠੀਕ ਹੈ, ਉਹਨਾਂ ਦਾ ਜਨਮ ਇੱਥੇ ਹੋਇਆ, ਉਹ ਇੰਗਲਿਸ਼ ਉਹਨਾਂ ਨੂੰ ਜ਼ਿਆਦਾ ਆਉਂਦੀ ਹੈ, ਹੋਰ ਬੋਲੀਆਂ ਵੀ ਆਉਂਦੀਆਂ ਨੇ, ਲੇਕਿਨ ਜਿਹੜੀ ਸਾਡਾ ਮੂਲ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਗੁਰਮੁਖੀ ਦੇ ਵਿੱਚ ਲਿਖੇ ਹੋਏ ਹਨ, ਉਹ ਬੱਚਿਆਂ ਨੂੰ ਵਿੱਦਿਆ ਦੇਣੀ ਸਾਡਾ ਫਰਜ਼ ਬਣਦਾ ਹੈ ਕਿ ਜਾ ਕੇ ਆਏਗਾ ਵੀ। ਇਹਦੇ ਤੋਂ ਅਸੀਂ ਕੁਤਾਹੀ ਕਰ ਰਹੇ ਹਾਂ। ਅਸੀਂ ਜਦੋਂ ਅਸੀਂ ਥੋੜੀ ਜਿਹੀ ਛੋੜ ਦਿੰਦੇ ਹਾਂ ਨਾ, ਦੇਖੋ ਕਿੰਨਾ ਵਧੀਆ ਜਿਹੜਾ ਵੱਜਦਾ ਹੈ, ਤੂੰਬੀ ਵੱਜਦੀ ਹੈ ਤੇ ਕਿੰਨੀ ਸੋਹਣੀ ਆਵਾਜ਼ ਦਿੰਦੀ ਹੈ, ਬਹੁਤ ਪਿਆਰੀ ਆਵਾਜ਼ ਦਿੰਦੀ ਹੈ, ਔਰ ਦਿਲ ਮੋਹਿਆ ਜਾਂਦਾ ਉਹਦੇ ਵੱਲ। ਪਰ ਕਿਤੇ ਉਹਦੇ ਛੋਟਾ ਜਿਹਾ ਛੇਕ ਹੋ ਜਾਏ ਤੂੰਬੀ ਦੇ ਵਿੱਚ, ਬੜੀ ਭੱਦੀ ਤੇ ਬੇਸੁਰੀ ਜਿਹੀ ਆਵਾਜ਼ ਤੋਂ ਉੱਚੋਂ ਨਿਕਲਦੀ ਹੈ। ਉਹੀ ਜਿਹੜਾ ਪਹਿਲਾਂ ਆਨੰਦ ਦੇਣ ਵਾਲੀ ਚੀਜ਼ ਸੀ, ਉਹ ਸਾਰੀ ਸਾਨੂੰ ਬੇਸੁਰੀ ਜਿਹੀ ਜਾਪਣ ਲੱਗ ਪੈਂਦੀ ਹੈ। ਤੇ ਗੁਰਮੁਖੀ ਪੜ੍ਹਨ ਤੋਂ ਛੋੜ ਦੇਣਾ ਇੱਕ ਛੇਕ ਦੇ ਬਰਾਬਰ ਹੈ। ਇੱਕ ਛੋਟਾ ਜਿਹਾ ਛੇਕ ਫਿਰ ਜੀਵਨ ਨੂੰ ਜਿਹੜਾ ਹੈ ਬੇਸੁਰਾ ਜਿਹਾ ਕਰ ਦੇਵੇ। ਦੂਜੀਆਂ ਭਾਸ਼ਾ ਸਿੱਖਣ ਦੀ ਕੋਈ ਪਾਬੰਦੀ ਨਹੀਂ ਹੈ, ਜਿੰਨੀਆਂ ਮਰਜ਼ੀ ਸਿੱਖੀਏ, ਜਿੰਨੀਆਂ ਮਰਜ਼ੀ ਪੜ੍ਹੀਏ, ਜੋ ਮਰਜ਼ੀ ਕਰੀਏ। ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਬੱਚੇ ਭਾਵੇਂ ਇੱਧਰ ਜਨਮੇ ਹੋਣ ਜਾਂ ਉੱਥੇ ਜਨਮੇ ਹੋਣ, ਜਾਂ ਫਰਾਂਸ ਵਿੱਚ ਜੰਮੇ, ਜਰਮਨੀ ਜੰਮੇ, ਜਿੱਥੇ ਮਰਜ਼ੀ ਲੈਂਗੁਏਜ ਸਿੱਖਣ, ਸਾਡਾ ਸਿੱਖਾਂ ਦਾ ਫਰਜ਼ ਹੈ ਕਿ ਆਪਣੇ ਮੂਲ ਸਰੂਪ ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਲਿਖੀ ਹੋਈ ਹੈ, ਉਹਦੇ ਵਿੱਚ ਸਾਨੂੰ ਉਹਨਾਂ ਬੱਚਿਆਂ ਨੂੰ ਜ਼ਰੂਰ ਸਿੱਖਿਆ ਦੇਣੀ ਚਾਹੀਦੀ ਹੈ। ਤਾਂ ਦੋ ਹਿੱਸੇ ਇਸ ਪੰਕਤੀ ਦੇ ਬਣਦੇ ਹਨ। ਪਹਿਲਾ ਹੈ ਗੁਰਮੁਖੀ ਲਿਪੀ ਸਿੱਖਣੀ, ਤੇ ਦੂਜਾ ਹੈ ਗੁਰਮੁਖੀ ਸਿੱਖ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਿੱਖਣਾ। ਇਕੱਲੀ ਪੰਜਾਬੀ ਨਹੀਂ ਸਿੱਖਣੀ, ਤੇ ਪੰਜਾਬੀ ਸਿੱਖ ਲਈ ਬੋਲ ਲਿਆ, ਬੱਚੇ ਬਹੁਤ ਸੋਹਣਾ ਬੋਲਦੇ ਆ, ਤੇ ਪਰ ਜੇ ਬੱਚਿਆਂ ਨੂੰ ਪਾਠ ਹੀ ਕਰਨ ਦੀ ਸਾਨੂੰ ਸਮਝ ਨਾ ਦਿੱਤੀ, ਫਿਰ ਕਿਵੇਂ ਗੱਲ ਹੋਏਗੀ? ਉਹ ਤਾਂ ਇੰਗਲਿਸ਼ ਵੀ ਕਰ ਸਕਦੇ ਸੀ ਜੇ ਅਸੀਂ ਉਹਨਾਂ ਨੂੰ ਇਹ ਸਮਝਾਈ ਨਾ ਗੱਲ। ਤਾਂ ਮੇਰੀ ਬੇਨਤੀ ਹੈ, ਦੋ ਇਹਦੇ ਹਿੱਸੇ ਬਣਦੇ ਹਨ। ਪਹਿਲਾ ਗੁਰਮੁਖੀ ਲਿਪੀ, ਗੁਰਮੁਖੀ ਬੋਲੀ ਨੂੰ ਸਿੱਖਣਾ, ਦੂਸਰਾ ਗੁਰਮੁਖੀ ਸਿੱਖ ਕੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖਣਾ। ਗੁਰਮੁਖੀ ਭਾਸ਼ਾ ਨਹੀਂ, ਇੱਕ ਲਿਪੀ ਹੈ। ਜੇ ਇੱਕ ਪੰਜਾਬੀ ਬੋਲੀ ਦਾ ਨਹੀਂ, ਬਲਕਿ ਗੁਰਮੁਖੀ ਲਿਪੀ ਦਾ ਇੱਥੇ ਜ਼ਿਕਰ ਕੀਤਾ ਗਿਆ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਦਾ ਸਾਰਾ ਪੁਰਾਤਨ ਗੁਰਮਤਿ ਤੇ ਸਿੱਖ ਸਾਹਿਤ ਗੁਰਮੁਖੀ ਲਿਪੀ ਵਿੱਚ ਮਿਲਦਾ ਹੈ। ਹਰ ਲਿਪੀ ਦੇ ਆਪੋ ਆਪਣੇ ਵਿਸ਼ੇਸ਼ ਅੱਖਰ ਹੁੰਦੇ ਹਨ, ਪਰ ਗੁਰਮੁਖੀ ਲਿਪੀ ਇੱਥੇ ਲਫ਼ਜ਼ ਜਿਹੜੇ ਹਨ ਉਹ ਇੱਥੇ ਵਰਤੇ ਗਏ। ਇਹ ਮੱਧ ਜਿਹੜੀ ਹੈ ਇੰਨੀ ਮਹੱਤਵਪੂਰਨ ਹੈ ਕਿ ਇੱਕ ਤਾਂ ਮਰਿਆਦਾ ਦੇ ਸਧਾਰਨ ਪਾਠ ਦੇ ਐੜਾ ਵਾਲੇ ਜਿਹੜਾ ਅਧਿਆਇ ਸੀ ਕਿ ਹਰ ਸਿੱਖ ਸਿੱਖਣੀ ਬੱਚੇ ਨੂੰ ਗੁਰਮੁਖੀ ਪੜ੍ਹ ਕੇ, ਇਹ ਜਿਹੜੀ ਅਧਿਆਇ ਸਾਨੂੰ ਦਿੱਤੀ ਗਈ ਹੈ, ਇਹ ਬੜੀ ਜ਼ਰੂਰੀ ਜੀ ਮੱਧ ਹੈ। ਗੁਰਬਾਣੀ ਦਾ ਪਾਠ ਸਿੱਖਣਾ ਚਾਹੀਦਾ ਹੈ। ਹਰ ਬੋਲੀ ਭਾਸ਼ਾ ਲਿਪੀ ਮੁਬਾਰਕ ਹੈ, ਗਿਆਨ ਹਾਸਲ ਕਰਨਾ ਚਾਹੀਦਾ ਹੈ। ਪਰ ਵਕਤੀ ਹਕੂਮਤਾਂ ਆਪਣੀ ਬੋਲੀ ਹਰ ਵੇਲੇ ਕਿਸੇ ਨਾ ਕਿਸੇ ਦੇ ਥੋਪਣ ਦੀਆਂ ਕੋਸ਼ਿਸ਼ ਕਰਦੀਆਂ ਰਹੀਆਂ ਹਨ। ਗੁਰੂ ਸਾਹਿਬ ਜੀ ਨੇ ਜਿਹੜੀ ਗੱਲ ਕੀਤੀ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ, ਬੋਲੀ ਵੀ ਬਦਲ ਗਈ, ਸਾਡਾ ਰਹਿਣ ਦਾ ਢੰਗ ਵੀ ਬਦਲ ਗਿਆ, ਪੋਸ਼ਾਕ ਵੀ ਬਦਲ ਗਈ। ਜਦੋਂ ਸਾਡੀਆਂ ਸਾਰੀਆਂ ਚੀਜ਼ਾਂ ਬਦਲ ਗਈਆਂ, ਫਿਰ ਕੌਮ ਗੁਲਾਮੀ ਦੀ ਦਲੀਚ ਤੇ ਜਾ ਕੇ ਖੜੀ ਹੋ ਜਾਂਦੀ ਹੈ। ਸਾਡੇ ਖਾਣ ਦੇ ਢੰਗ ਬਦਲ ਜਾਣ, ਉਹਨਾਂ ਮੁਤਾਬਕ ਹੋ ਜਾਣ, ਸਾਡਾ ਪਹਿਨਣ ਦਾ ਪਹਿਰਾਵਾ ਉਹਨਾਂ ਮੁਤਾਬਕ ਹੋ ਜਾਏ, ਸਾਡਾ ਬੋਲੀ ਵਿੱਚੋਂ ਮੂਲ ਬੋਲੀ ਭੁੱਲ ਜਾਏ, ਤਾਂ ਫਿਰ ਸਾਨੂੰ ਕੁਝ ਸਮਝਣਾ ਹੈ, ਮੰਨ ਲੈਣਾ ਚਾਹੀਦਾ ਹੈ ਕਿ ਕੌਮ ਜਿਹੜੀ ਹੈ ਉਹ ਗੁਲਾਮੀ ਦੀ ਦਲੀਜ਼ ਵੱਲ ਨੂੰ ਕਦਮ ਉਹਦੇ ਵੱਧ ਰਿਹਾ। ਇਹ ਗੱਲ ਸਾਨੂੰ ਸਪਸ਼ਟ ਮੰਨ ਲੈਣੀ ਚਾਹੀਦੀ। ਗੁਰੂ ਸਾਹਿਬ ਨੇ ਆਪ ਸੰਸਕ੍ਰਿਤ ਸਿੱਖੀ, ਫਾਰਸੀ ਸਿੱਖੀ, ਬ੍ਰਿਜ ਭਾਸ਼ਾ ਸਿੱਖੀ, ਲਹਿੰਦੀ ਬੋਲੀ ਸਿੱਖੀ। ਕਿੰਨੀਆਂ ਬੋਲੀਆਂ ਗੁਰੂ ਸਾਹਿਬ ਨੂੰ ਆਉਂਦੀਆਂ ਸਨ। ਜੇ ਮਰਾਠੀ ਵਿੱਚ ਦਰਜ ਕੀਤਾ ਗਿਆ ਜਾਂ ਹੋਰ ਲੈਂਗੁਏਜ ਵਿੱਚ ਦਰਜ ਕੀਤਾ ਗਿਆ, ਸੰਸਕ੍ਰਿਤ ਦੀ ਵਰਤੋਂ ਕੀਤੀ ਗਈ ਹੈ। ਗੁਰੂ ਸਾਹਿਬ ਨੂੰ ਭਾਸ਼ਾ ਜਾਣਦੇ ਸਨ। ਪ੍ਰਿੰਸੀਪਲ ਸਤਵੀਰ ਸਿੰਘ ਤਾਂ ਇੱਥੋਂ ਤੱਕ ਲਿਖਦੇ ਆ ਕਿ ਗੋਬਿੰਦ ਸਿੰਘ ਜੀ ਦੀ 9 ਸਾਲ ਦੀ ਉਮਰ 'ਚ 62 ਭਾਸ਼ਾ ਦਾ ਗਿਆਨ ਸੀ।
ਹੁਣ ਇਹ ਕਿੰਨਾ ਠੀਕ ਹੈ ਕਿੰਨਾ ਨਹੀਂ, ਇਹ ਤਾਂ ਪ੍ਰਿੰਸੀਪਲ ਸਾਹਿਬ ਵੀ ਜਾਣਦੇ ਆ, ਲੇਕਿਨ ਜੋ ਉਹਨਾਂ ਨੇ ਆਪਣੀ ਪੁਸਤਕ ਲਿਖੀ ਹੈ ਪੁਰਖ ਭਗਵੰਤ, ਉਹਦੇ ਚ ਲਿਖਿਆ ਹੈ 9 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ 62 ਭਾਸ਼ਾ ਦਾ ਗਿਆਨ ਸੀ। ਤੋ ਇਹ ਮੈਂ ਨਾ ਵੀ ਆਪ ਜੀ ਨੂੰ ਪੁਸਤਕ ਦੇ ਦਿੱਤਾ, ਆਪ ਉਹ ਪੜ੍ਹ ਵੀ ਸਕਦੇ ਹੋ, ਕਿ ਮੈਂ ਆਪਣੇ ਕੋਲੋਂ ਲਾ ਕੇ ਗੱਲ ਨਹੀਂ ਕਰ ਸਕਦਾ। ਤੋ ਦੇਖੋ, ਬੋਲੀ ਤੇ ਸ਼ਬਦਾਂ ਨੂੰ ਤਿਆਗ ਦੇਣਾ ਮਾਨਸਿਕ ਗੁਲਾਮੀ ਦੀ ਇੱਕ ਨਿਸ਼ਾਨੀ ਹੁੰਦੀ ਹੈ। ਖੱਤਰੀਆਂ ਦਾ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਗੁਰੂ ਸਾਹਿਬ ਜੀ ਦਾ ਇੱਕ ਬਚਨ ਆਉਂਦਾ, ਜੋ ਧਰਮ ਮਲੇਸ਼ ਭਾਖਿਆ ਦੀ ਗੱਲ ਆਉਂਦੀ ਹੈ, ਉਹਨਾਂ ਦੀ ਬੋਲੀ ਦੀ ਗੱਲ ਆਉਂਦੀ ਹੈ। ਤੋ ਇੱਥੇ ਥੋੜਾ ਜਿਹਾ ਮੈਂ ਹੋਰ ਇਹਨੂੰ ਜੇ ਜ਼ਿਕਰ ਕਰੀਏ, ਪੰਜਾਬੀ ਬੋਲੀ ਦੀ ਗੱਲਬਾਤ ਕਰੀਏ, ਤਾਂ ਇਹ ਸਰਦਾਰ ਲਛਮਣ ਸਿੰਘ ਗਿੱਲ ਜਦੋਂ ਮੁੱਖ ਮੰਤਰੀ ਪੰਜਾਬ, 12ਵਾਂ ਮੁੱਖ ਮੰਤਰੀ ਸੀ, ਸ਼ਾਇਦ 12ਵੇਂ ਮੁੱਖ ਮੰਤਰੀ ਪੰਜਾਬ ਦੇ ਬਣੇ 1967 ਦੇ ਵਿੱਚ, ਉਹਨਾਂ ਨੇ ਇੱਕ ਆਫੀਸ਼ੀਅਲੀ ਪੰਜਾਬੀ ਨੂੰ ਜ਼ਰੂਰੀ ਜਿਹੜਾ ਸੀ ਉਹ ਕਰਾਰ ਦਿੱਤਾ, ਕਿ ਦਫ਼ਤਰਾਂ ਵਿੱਚ ਕੰਮਕਾਜ ਜਿਹੜਾ ਹੈ ਉਹ ਪੰਜਾਬੀ ਬੋਲੀ ਦੇ ਵਿੱਚ ਵੀ ਹੋ ਜਾਏਗਾ। ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਸਥਾਨਾਂ ਤੇ ਅਜੇ ਵੀ ਪੂਰੀ ਤਰ੍ਹਾਂ ਪੰਜਾਬੀ ਲਾਗੂ ਨਹੀਂ ਹੋ ਸਕੀ। ਤਾਂ ਕਮ ਸੇ ਕਮ ਸਾਨੂੰ ਹੁਣ ਹੋਰ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਆਪਣੇ ਘਰਾਂ ਵਿੱਚ ਤੇ ਆਪਣੀ ਆਮ ਬੋਲੀ ਵਿੱਚ ਆਪਣੇ ਬੱਚਿਆਂ ਨਾਲ, ਆਪਣੇ ਪਰਿਵਾਰ ਨਾਲ ਇਸ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ, ਤਦ ਕਿ ਬੱਚਿਆਂ ਨੂੰ ਅਸੀਂ ਪੰਜਾਬੀ ਦੇ ਨਾਲ ਜੋੜੀਏ, ਮੂਲ ਧਾਰਨਾ ਦੇ ਨਾਲ ਜੋੜੀਏ, ਤਦ ਕਿ ਆਪਣੇ ਵਿਰਸੇ ਤੋਂ ਬੱਚੇ ਸਾਡੇ ਨਾਲ ਟੁੱਟ ਜਾਣ। ਇਹ ਜ਼ਰੂਰੀ ਚੀਜ਼ ਹੈ। ਅਗਲੀ ਮੱਤ ਹੈ ਜੀ, ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ। ਜੇ ਇਸ ਵਿੱਚ ਉਸ ਦੀ ਉਕਾਈ ਹੋ ਜਾਵੇ ਤਾਂ ਦਿਨ ਵਿੱਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਜਾਂ ਸੁਣੇ। ਸਫਰ ਆਦਿਕ ਔਕੜ ਵੇਲੇ ਦਰਸ਼ਨ ਕਰਨ ਤੋਂ ਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰੇ। ਇਹ ਪੰਨਾ ਨੰਬਰ 16 ਤੇ ਰਹਿਤ ਮਰਿਆਦਾ ਦੇ ਇਹ ਜ਼ਿਕਰ ਆਉਂਦਾ ਹੈ। ਇਹਦੇ ਵੀ ਆਪਾਂ ਥੋੜੇ ਜਿਹੀ ਗੱਲਬਾਤ ਕਰ ਲਈਏ। ਗੁਰੂ ਪਾਤਸ਼ਾਹ ਜੀ ਨੇ ਜਦੋਂ ਵਚਨ ਲਿਖਿਆ ਨਾ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਦੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਦੇ। ਕਿਆ ਬੋਲ ਹਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅਸਰਾਰ ਵਿੱਚ। ਜਦੋਂ ਬਾਣੀ ਦੀ ਗੱਲ ਕਰਦੇ ਨਾ, ਕਹਿੰਦੇ ਤਾਂ ਮੈਨੂੰ ਅੰਦਰਲਾ ਜੀਵਨ ਦਿੰਦੀ ਹੈ, ਮੇਰੀ ਬਹੁਤ ਪਿਆਰੀ ਹੈ, ਰਸ ਚਾਹੁੰਦਾ ਹੈ ਇਹਦੇ ਵਿੱਚ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਕਹਿੰਦੇ ਚੋਂ ਰਸ ਚਾਹੁੰਦਾ ਹੈ, ਅੰਦਰਲਾ ਆਨੰਦ ਆਉਂਦਾ ਹੈ। ਫਿਰ ਇਹਦੇ ਦਰਸ਼ਨ ਕਰਨ ਨਾਲ, ਇਹਦੇ ਪਰਸਨ ਨਾਲ, ਛੂਹ ਨਾਲ, ਇਹਦੀ ਸੰਗਤ ਕਰਨ ਦੇ ਨਾਲ ਅੰਦਰ ਖੇੜਾ ਬਣ ਜਾਂਦਾ। ਇਹ ਬਾਣੀ ਸਾਨੂੰ ਰੂਹ ਦੀ ਖੁਰਾਕ ਦਿੰਦੀ। ਦੇਖੋ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰ ਦੇ ਰੰਗ ਵਿੱਚ ਰੰਗਿਆ ਜਾਂਦਾ ਬੰਦਾ, ਕਰਤਾਰ ਦੇ ਰੰਗ ਵਿੱਚ। ਇਹ ਕਿੱਡੀ ਪਿਆਰੀ ਗੁਰਬਾਣੀ ਦੀ ਪੰਕਤੀ ਹੈ, ਜਿਹੜੀ ਜਿੱਥੋਂ ਹੀ ਹੈ, ਮੈਨੂੰ ਲੱਗਦਾ ਪੰਥ ਦੇ ਇਹ ਜਿਨ੍ਹਾਂ ਨੇ ਰਹਿਤ ਮਰਿਆਦਾ ਬਣਾਈਆਂ ਨੇ, ਉਹਨਾਂ ਵਿਦਵਾਨਾਂ ਨੇ ਇਹ ਪੰਕਤੀ ਨੂੰ ਜ਼ਰੂਰ ਸਾਹਮਣੇ ਰੱਖਿਆ ਹੋਵੇਗਾ। ਇਸ ਵਾਸਤੇ ਲਿਖਿਆ ਕਿ ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ, ਜੇ ਘਰ 'ਚ ਪ੍ਰਕਾਸ਼ ਕੀਤਾ ਹੋਇਆ ਹੈ ਤਾਂ। ਜੇ ਪ੍ਰਕਾਸ਼ ਨਹੀਂ ਤਾਂ ਫਿਰ ਕੋਈ ਪਾਬੰਦੀ ਵੀ ਨਹੀਂ ਹੈ। ਫਿਰ ਇਹ ਹੈ ਵੀ ਅਸੀਂ ਇਹ ਕਹਿੰਦੇ ਵੀ ਪ੍ਰਸ਼ਾਦਾ ਛਕਣ ਲੱਗਿਆ ਵੀ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ ਕਿ ਮਾਲਕਾ ਤੇਰੇ ਦਿੱਤੇ ਹੋਏ ਦਾਤਾਂ ਨੂੰ ਅਸੀਂ ਮਾਣ ਰਹੇ ਹਾਂ, ਉਹਦਾ ਸਵਾਦ ਲੈ ਰਹੇ ਹਾਂ, ਉਹਨੂੰ ਮੰਨ ਰਹੇ ਹਾਂ, ਤਾਂ ਉਹਦਾ ਅਸੀਂ ਆਨੰਦ ਲੈ ਰਹੇ ਹਾਂ। ਇੱਥੇ ਜਿਸ ਵਿੱਚ ਉਕਾਈ ਹੋ ਜਾਏ, ਵੀ ਕਿਸੇ ਵੇਲੇ ਕੋਈ ਰਹਿ ਜਾਏ, ਫਿਰ ਦਿਨ ਵੇਲੇ ਕਿਸੇ ਨਾ ਕਿਸੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ। ਉਹਦਾ ਮਤਲਬ ਕੀ ਹੈ ਵੀ ਕੇਵਲ ਘਰ 'ਚ ਪ੍ਰਕਾਸ਼ ਕਰਕੇ ਇੱਕ ਫਾਰਮੈਲਿਟੀ ਨਹੀਂ, ਹਾਂਜੀ ਅਸੀਂ ਪ੍ਰਕਾਸ਼, ਸਾਡੇ ਘਰ ਤਾਂ ਗੁਰੂ ਸਾਹਿਬ ਜੀ ਹਨ, ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਨਹੀਂ। ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਸਿੱਖਣਾ ਵੀ ਹੈ, ਰੋਜ਼ ਪ੍ਰਕਾਸ਼ ਵੀ ਹੋਣਾ ਚਾਹੀਦਾ ਹੈ, ਸਵਾਰਾ ਵੀ, ਸੁਖਾਸਨ ਵੀ ਸਾਨੂੰ ਕਰਨਾ ਚਾਹੀਦਾ ਹੈ, ਸੰਤੋਖਣਾ ਵੀ ਆਉਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਦਾ ਪੂਰਾ ਢੰਗ ਆਉਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਬਾਹਰਮੁਖੀ ਸਤਿਕਾਰ ਵੀ ਕਰਨਾ ਆਉਣਾ ਚਾਹੀਦਾ ਹੈ। ਪਰ ਇਹਨਾਂ ਚੀਜ਼ਾਂ ਦੇ ਨਾਲ ਨਾਲ ਸਭ ਤੋਂ ਜ਼ਰੂਰੀ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਜਾਂ ਸੁਣੇ। ਇੱਕ ਬੰਦਾ ਪਾਠ ਕਰ ਰਿਹਾ, ਬਾਕੀ ਬੈਠ ਕੇ ਸੁਣ ਸਕਦੇ ਹਨ, ਤੇ ਦੂਸਰਾ ਕਰ ਰਿਹਾ, ਬਾਕੀ ਸੁਣ ਸਕਦੇ ਹਨ।
तो ये जरूरी चीज है। जे सफर च होइए ਜਾਂ ਔਕੜ ਵੇਲੇ ਜਾਂ ਬਿਮਾਰ ਹੋਵੇ ਬੰਦਾ, ਸਰੀਰਕ ਤੌਰ ਤੇ ਕਾਮਯਾਬ ਨਾ ਹੋਵੇ, ਸਿਹਤ ਠੀਕ ਨਾ ਹੋਵੇ, ਤਾਂ ਫਿਰ ਦਰਸ਼ਨ ਕਰਨ ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰ, ਕਿਉਂਕਿ ਭਰਮ ਭੈਮ ਤੇ ਰਹੇ ਨਿਆਰਾ, ਸੋਈ ਖਾਲਸ ਸਤਿਗੁਰੂ ਹਮਾਰਾ। ਇੱਥੇ ਫਿਰ ਮੈਂ ਇੱਕ ਗੱਲ ਦੁਹਰਾ ਰਿਹਾ ਵੀ ਜੇ ਭਾਵੇਂ ਘਰ 'ਚ ਪ੍ਰਕਾਸ਼ ਵੀ ਕਰ ਲਈਏ, ਪਾਠ ਵੀ ਕਰ ਲਈਏ, ਪਰ ਸਤ ਸੰਗਤ ਨੂੰ ਉਹਦੇ ਬਦਲੇ ਵਿੱਚ ਕੁਰਬਾਨ ਨਹੀਂ ਕਰਨਾ ਚਾਹੀਦਾ। ਕੋਈ ਬੰਦਾ ਇਹ ਸਮਝ ਲਵੇ ਕਿ ਮੈਂ ਘਰ 'ਚ ਪ੍ਰਕਾਸ਼ ਕਰ ਲਿਆ ਹੈ, ਹੁਣ ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਇਹ ਫਿਰ ਇੱਕ ਬਹੁਤ ਵੱਡੀ ਭੁੱਲ ਹੋਏਗੀ। ਪ੍ਰਕਾਸ਼ ਤਾਂ ਕਰ ਲਿਆ, ਪਰ ਗੁਰੂ ਦੀ ਸੰਗਤ ਜਿਹੜੀ ਹੈ ਉਹ ਕਿੱਥੋਂ ਆਏਗੀ? ਤੇ ਉਹ ਇਹ ਜਿਹੜੀ ਸਿੱਖ ਹੈ। ਨੈਕਸਟ, ਚੰਗਾ ਤਾਂ ਇਹ ਹੈ ਕਿ ਹਰ ਇੱਕ ਸਿੱਖ ਆਪਣਾ ਸਧਾਰਨ ਪਾਠ ਜਾਰੀ ਰੱਖੇ ਤੇ ਮਹੀਨੇ 2 ਮਹੀਨੇ ਮਗਰ ਜਿਤਨੇ ਸਮੇਂ ਵਿੱਚ ਹੋ ਸਕੇ ਭੋਗ ਪਾਵੇ। ਉਸੇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਾ ਸੁਭਾਗ ਘਰ 'ਚ ਪ੍ਰਾਪਤ ਹੋਣਾ ਤਾਂ ਹੀ ਸਫਲ ਹੈ। ਜੇਕਰ ਇਸ ਵਿੱਚੋਂ ਜਿਹਨੂੰ ਸਧਾਰਨ ਪਾਠ ਜਾਂ ਸਹਿਜ ਪਾਠ ਅਸੀਂ ਲਫ਼ਜ਼ ਅੱਜ ਕੱਲ੍ਹ ਵਰਤਦੇ ਹਾਂ, ਪਰਿਵਾਰ ਮਿਲ ਕੇ ਕਰਦਾ ਹੋਵੇ, ਪਰਿਵਾਰ ਵਾਲੇ ਬੈਠ ਕੇ ਜਾਂ ਨਿੱਜੀ ਤੌਰ ਤੇ ਹਰ ਵਿਅਕਤੀ ਵੀ ਪਾਠ ਵੱਖਰਾ ਵੀ ਕਰ ਸਕਦਾ ਹੈ, ਪਰ ਇਹਦਾ ਪ੍ਰਕਾਸ਼ ਤਾਂ ਹੀ ਸਫਲ ਹੈ ਘਰ 'ਚ ਕੀਤਾ ਹੋਇਆ। ਔਰ ਇਹ ਸਿਲਸਿਲਾ ਲਗਾਤਾਰ ਚਾਲੂ ਰਹਿਣਾ ਚਾਹੀਦਾ ਹੈ। ਪਾਠ ਦਾ ਭੋਗ ਪਿਆ ਫਿਰ ਕਰ ਲਿਆ, ਫਿਰ ਪਾਠ ਦਾ ਭੋਗ ਪਿਆ ਫਿਰ ਕਰ ਲਿਆ, ਸ਼ੁਰੂ ਕੀਤਾ। ਇਹ ਸਭ ਕਿਉਂਕਿ ਪਾਠ ਗੁਰਬਾਣੀ ਸਾਡੇ ਜੀਵਨ ਦੀ ਥੰਮੀ ਹੈ। गुर का शब्द मने स्थमन है, जो मंदिर को थामे थमन, गुर का शब्द मने स्थमन है, थमी है साडे जीवन। पाबंदी कोई नहीं किन्ने समय च भोग पाना, जिन्ने चर हो जाए उन्ना कर लेना चाहिए। मकसद यह है कि बाणी नू सहज के समझ के विचार के पढ़न की लोड़ है, मकसद यह है। इसे करके गुरु साहब जी कहते हैं, सेवक सिख पूजन सब आवे, सब गावे हर हर उत्तम बाणी, गाव्या सुनिया तिनका हर थाए पावे, जिन सतगुर की आज्ञा सत सत कर मान। तो ये साडा पाठ करने का मकसद ये है। नैक्सट है जी, पाठ आरंभ करने समय आनंद साहब पहलियां 5 पौड़ियां ते अंतली पौड़ी ते पाठ मगरों अरदासा करके हुक्म लेना चाहिए, फिर जप साहब का पाठ करना चाहिए। तो बड़ी सरल बात है भी, भावें अखंड पाठ है तो भावें सधारण पाठ है, कि सरली अखंड पाठ का आएगा वो विचार करांगे। लेकिन आनंद साहब जी का पाठ 6 पौड़ियां, उस तो बाद अरदास, फिर हुक्म तो फिर पाठ तेरा शुरू करना चाहिए। कई बार असी अरदास करके जो हुक्म लै लें तो फिर ताबिया बैठा गुरु का सिख पुछ जी साध संगत जी आज्ञा है, आज्ञा असी गुरु तो लै चुके हैं अरदास करके। अरदास कदी करनी है? बाणी शुद्ध स्पष्ट पढ़न की गुरु अगे मंग करनी है, बाणी समझन की गुरु अगे बेनती करनी है, तरला करना, अरदास ये करनी। मालिक जी सहज पाठ आरंभ करना, बाणी शुद्ध स्पष्ट पढ़न की बल बख्शना, ताकत बख्शनी और बाणी की समझ बख्शनी, बाणी सार साड़ा जीवन बख्शनी, ये मंगा असीं गुरु अगे करनी है। तो ये सधारण पाठ की जो मद है ਉਹਦੀ ਅੱਜ ਆਪਾਂ ਵਿਚਾਰ ਕਰ ਲਈ ਹੈ। ਬਾਕੀ ਵਿਚਾਰਾਂ ਅਸੀਂ ਫਿਰ ਕੱਲ ਦੇ ਅਗਲਾ ਅਖੰਡ ਪਾਠ ਤੋਂ ਵਿਚਾਰ ਆਰੰਭ ਕਰਾਂਗੇ ਜੀ। ਹੋਈਆਂ ਭੁੱਲਾਂ ਦੀ ਖਿਮਾ ਚਾਹੁੰਦਾ ਹਾਂ। ਪਿਆਰ ਸਤਿ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।